ਸਤਿ ਸ਼੍ਰੀ ਅਕਾਲ ਟੀਵੀ ਪੰਜਾਬ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ। ਮੈਂ ਹਰਸਿਮਰਤ ਕੌਰ ਤੇ ਆਓ ਸ਼ੁਰੂਆਤ ਕਰਦੇ ਹਾਂ ਅੱਜ ਦੇ ਇਸ ਖਾਸ ਬੁਲੇਟਿਨ ਦੀ। ਸਭ ਤੋਂ ਪਹਿਲਾਂ ਨਜ਼ਰ ਮਾਰਾਂਗੇ ਅੱਜ ਦੇ ਕੁਝ ਤਮਾਮ ਹੈਡਲਾਈਨਸ ਤੇ। ਕੈਨੇਡੀਅਨ ਕਾਰੋਬਾਰਾਂ ਅਤੇ ਖਪਤਕਾਰਾਂ ਦਾ ਮੰਦੀ ਨੂੰ ਲੈ ਕੇ ਅਨੁਮਾਨ 70% ਫਰਮਾਂ ਦਾ ਕਹਿਣਾ ਹੈ ਕਿ ਵੱਧ ਸਕਦੀ ਹੈ ਮੰਦੀ। 2023 ਵਿੱਚ ਸਰੀ ਦੇ ਟੈਕਸ ਦਾਤਾਵਾਂ ਲਈ ਜੀਵਨ ਹੋਵੇਗਾ ਮਹਿੰਗਾ। ਵੱਧ ਸਕਦੀਆਂ ਨੇ ਰਹਿਣ ਖਹਿਣ ਦੀਆਂ ਉਪਯੋਗਤਾ ਦਰਾਂ। ਲੋਕਾਂ ਨੂੰ ਡੀਜ਼ਲ ਤੋਂ ਦੂਰ ਰੱਖਣ ਲਈ ਸੂਬਾਈ ਸਰਕਾਰ ਦੀ ਪਹਿਲਕਦਮੀ। ਬਦਲਾਅ ਲਾਉਣ ਲਈ ਦਿੱਤਾ ਜਾ ਰਿਹਾ ਹੈ $7 ਮਿਲੀਅਨ। ਕੈਨੇਡੀਅਨ ਇਮੀਗ੍ਰੇਸ਼ਨ ਅਰਜ਼ੀਆਂ ਦਾ ਰੱਦ ਹੋਣ ਦਾ ਸਿਲਸਿਲਾ। ਅਰਜ਼ੀ ਨੂੰ ਅਸਵੀਕਾਰ ਕਰਨ ਦੇ ਫੈਸਲੇ ਨੂੰ ਦਿੱਤੀ ਜਾ ਸਕਦੀ ਹੈ ਚੁਣੌਤੀ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਓਵਰਡੋਜ਼ ਨਾਲ ਮੌਤਾਂ ਦਾ ਸਿਲਸਿਲਾ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਪ੍ਰਗਟਾਈ ਗਈ ਚਿੰਤਾ। BC ਵਿੱਚ ਤੇਜ਼ ਗਤੀ ਨਾਲ ਪਿਘਲ ਰਹੇ ਨੇ ਗਲੇਸ਼ੀਅਰ। ਜਲਵਾਯੂ ਨੂੰ ਲੈ ਕੇ ਪਰੇਸ਼ਾਨ ਨੇ ਵਿਗਿਆਨੀ। ਰੁਕ ਕਰਦੇ ਪਹਿਲੀ ਖਬਰ ਦਾ ਬੈਂਕ ਦੁਆਰਾ ਜਾਰੀ ਕੀਤੇ ਗਏ ਬਿਜ਼ਨਸ ਆਊਟਲੈਟ ਸਰਵੇਖਣ ਦੇ ਅਨੁਸਾਰ 70% ਤੋਂ ਵੱਧ ਕੈਨੇਡੀਅਨ ਖਪਤਕਾਰਾਂ ਅਤੇ 2/3 ਵਪਾਰਕ ਫਰਮਾਂ ਦਾ ਮੰਨਣਾ ਹੈ ਕਿ ਅਗਲੇ 12 ਮਹੀਨਿਆਂ ਵਿੱਚ ਮੰਦੀ ਯਾਨੀ ਰਿਸੈਸ਼ਨ ਦੀ ਸੰਭਾਵਨਾ ਹੋ ਸਕਦੀ ਹੈ। ਅਪਡੇਟ ਦੇ ਅਨੁਸਾਰ ਇਸ ਸਾਲ ਖੋਖਲੀ ਮੰਦੀ ਦੇ ਕਾਰਨ ਬੇਰੁਜ਼ਗਾਰੀ 6.5% ਤੱਕ ਪਹੁੰਚ ਸਕਦੀ ਹੈ। ਜ਼ਿਆਦਾਤਰ ਕੈਨੇਡੀਅਨ ਕਾਰੋਬਾਰਾਂ ਅਤੇ ਖਪਤਕਾਰਾਂ ਨੂੰ ਅਗਲੇ 12 ਮਹੀਨਿਆਂ ਵਿੱਚ ਮੰਦੀ ਦੀ ਉਮੀਦ ਹੈ। ਬੈਂਕ ਆਫ ਕੈਨੇਡਾ ਦੇ ਸਰਵੇਖਣਾਂ ਅਨੁਸਾਰ 70% ਤੋਂ ਵੱਧ ਕੈਨੇਡੀਅਨ ਖਪਤਕਾਰਾਂ ਅਤੇ 2/3 ਵਪਾਰਕ ਫਰਮਾਂ ਦਾ ਕਹਿਣਾ ਹੈ ਕਿ ਅਗਲੇ 12 ਮਹੀਨਿਆਂ ਵਿੱਚ ਮੰਦੀ ਵੱਧ ਸਕਦੀ ਹੈ। ਕੇਂਦਰੀ ਬੈਂਕ ਦੁਆਰਾ ਸੋਮਵਾਰ ਨੂੰ ਜਾਰੀ ਕੀਤੇ ਗਏ ਬਿਜ਼ਨਸ ਆਊਟਲੈਟ ਸਰਵੇਖਣ ਦੇ ਅਨੁਸਾਰ 1/3 ਫਰਮਾਂ ਨੂੰ ਅਗਲੇ ਸਾਲ ਵਿੱਚ ਉਨ੍ਹਾਂ ਦੀ ਵਿਕਰੀ ਦੀ ਦਰ ਵਿੱਚ ਗਿਰਾਵਟ ਦੀ ਉਮੀਦ ਹੈ। ਇੱਕ ਅਨੁਮਾਨਿਤ ਆਰਥਿਕ ਮੰਦੀ ਦੇ ਬਾਵਜੂਦ ਜ਼ਿਆਦਾਤਰ ਕਾਰੋਬਾਰ ਸੋਚਦੇ ਹਨ ਕਿ ਇਹ ਹਲਕਾ ਹੋਵੇਗਾ। ਲਗਭਗ 70% ਫਰਮਾਂ ਨੂੰ ਉਮੀਦ ਹੈ ਕਿ ਉਹਨਾਂ ਦੀ ਵਿਕਰੀ ਦੀ ਦਰ ਉਹੀ ਰਹੇਗੀ ਜਾਂ ਅਗਲੇ 12 ਮਹੀਨਿਆਂ ਵਿੱਚ ਵੱਧ ਜਾਵੇਗੀ। ਦਸੰਬਰ ਵਿੱਚ ਕੈਨੇਡੀਅਨ ਅਰਥਚਾਰੇ ਵਿੱਚ 1,04,000 ਨੌਕਰੀਆਂ ਸ਼ਾਮਲ ਹੋਈਆਂ। ਫਰਮਾਂ ਨੌਕਰੀਆਂ ਉੱਤੇ ਰੱਖਣ ਲਈ ਵਧੇਰੇ ਸਾਵਧਾਨ ਪਹੁੰਚ ਅਪਣਾ ਰਹੀਆਂ ਨੇ, ਪਰ ਫਿਰ ਵੀ ਲਗਭਗ ਅੱਧੀਆਂ ਫਰਮਾਂ ਨੇ ਮੰਗ ਨੂੰ ਪੂਰਾ ਕਰਨ ਲਈ ਅਗਲੇ ਸਾਲ ਸਟਾਫ ਨੂੰ ਜੋੜਨ ਦੀ ਯੋਜਨਾ ਬਣਾਈ ਹੈ। ਸੋਮਵਾਰ ਨੂੰ ਜਾਰੀ ਕੀਤੇ ਗਏ BOC ਦੇ ਕੈਨੇਡੀਅਨ ਸਰਵੇ ਆਫ ਕੰਜ਼ਿਊਮਰ ਐਕਸਪੈਕਟੇਸ਼ਨਸ ਦੇ ਅਨੁਸਾਰ ਜ਼ਿਆਦਾਤਰ ਕੈਨੇਡੀਅਨ ਖਪਤਕਾਰਾਂ ਨੂੰ ਕ੍ਰੈਡਿਟ ਤੱਕ ਪਹੁੰਚ ਕਰਨਾ ਮੁਸ਼ਕਿਲ ਹੋ ਰਿਹਾ ਹੈ। ਉਜਰਤ ਵਾਧੇ ਦੀਆਂ ਉਮੀਦਾਂ ਵਿੱਚ ਕਮੀ ਆਈ ਹੈ ਅਤੇ ਲਗਭਗ ਅੱਧੀ ਕੈਨੇਡੀਅਨ ਕਾਮੇ ਇਹ ਉਮੀਦ ਨਹੀਂ ਕਰਦੇ ਹਨ ਕਿ ਉਹਨਾਂ ਦੀ ਕਮਾਈ ਨਾਲ ਹੀ ਮਹਿੰਗਾਈ ਨੂੰ ਫੜਨਗੇ। ਸਰਵੇਖਣ ਦੇ ਅਨੁਸਾਰ ਉੱਚ ਮਹਿੰਗਾਈ ਦੇ ਜਵਾਬ ਵਿੱਚ ਕੈਨੇਡੀਅਨ ਖਪਤਕਾਰ ਯਾਤਰਾ, ਰਿਹਾਇਸ਼, ਭੋਜਨ ਸੇਵਾ ਅਤੇ ਮਨੋਰੰਜਨ ਉੱਤੇ ਸਭ ਤੋਂ ਵੱਧ ਕਟੌਤੀ ਕਰ ਚੁੱਕੇ ਨੇ। ਉਤੇ ਫੂਡ ਦੇ ਵਧ ਰਹੇ ਪ੍ਰਾਈਸਿਸ ਦੇ ਕਾਰਨ ਹੁਣ ਸਕੂਲ ਭੋਜਨ ਪ੍ਰੋਗਰਾਮਾਂ ਨੂੰ ਸੰਘਰਸ਼ ਕਰਨਾ ਪੈ ਰਿਹਾ ਹੈ। ਜੀ ਹਾਂ, ਜਿਸ ਕਰਕੇ ਵਿਦਿਆਰਥੀਆਂ ਲਈ ਹੁਣ ਸਕੂਲ ਦਾ ਹੈਲਦੀ ਭੋਜਨ ਖਾਣਾ ਔਖਾ ਹੁੰਦਾ ਜਾ ਰਿਹਾ ਹੈ। ਕੋਲੀਜਨ ਫਾਰ ਹੈਲਦੀ ਸਕੂਲ ਫੂਡ ਦੀ ਕੋਆਰਡੀਨੇਟਰ ਦਾ ਕਹਿਣਾ ਹੈ ਕਿ ਸਕੂਲ ਦਾ ਖਾਣਾ ਵਿਦਿਆਰਥੀਆਂ ਲਈ ਸਭ ਤੋਂ ਜ਼ਰੂਰੀ ਸੇਵਾ ਹੁੰਦੀ ਹੈ। ਸਕੂਲੀ ਭੋਜਨ ਪ੍ਰੋਗਰਾਮ ਲੋੜਵੰਦ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਦੀ ਸੇਵਾ ਕਰਨ ਲਈ ਸੰਘਰਸ਼ ਕਰ ਰਹੇ ਨੇ, ਕਿਉਂਕਿ ਭੋਜਨ ਦੀਆਂ ਕੀਮਤਾਂ ਵੱਧ ਰਹੀਆਂ ਨੇ। COVID-19 ਮਹਾਮਾਰੀ ਦੌਰਾਨ ਪਾਬੰਦੀਆਂ ਅਤੇ ਤਾਲਾਬੰਦੀਆਂ ਦੇ ਅਨੁਕੂਲ ਹੋਣ ਦੇ ਲਗਭਗ 3 ਅਸ਼ਾਂਤ ਸਾਲਾਂ ਦੇ ਮੌਸਮ ਤੋਂ ਬਾਅਦ ਕੈਨੇਡਾ ਵਿੱਚ ਸਕੂਲ ਪੋਸ਼ਣ ਪ੍ਰੋਗਰਾਮ ਹੁਣ ਇੱਕ ਹੋਰ ਸੰਕਟ ਨਾਲ ਜੂਝ ਰਿਹਾ ਹੈ, ਜਿਸ ਕਰਕੇ ਸਕੂਲ ਦੇ ਵਿਦਿਆਰਥੀਆਂ ਲਈ ਹੁਣ ਸਮਾਂ ਔਖਾ ਹੋ ਰਿਹਾ ਹੈ। ਜਿਵੇਂ ਕਿ ਕੈਨੇਡਾ ਵਿੱਚ ਭੋਜਨ ਦੀਆਂ ਕੀਮਤਾਂ ਲਗਾਤਾਰ ਵਧ ਰਹੀਆਂ ਹਨ, ਪਰਿਵਾਰਾਂ ਉੱਤੇ ਦਬਾਅ ਪਾ ਰਿਹਾ ਹੈ ਕਿਉਂਕਿ ਉਹ ਕਰਿਆਨੇ ਦਾ ਖਰੀਦ ਕਰਦੇ ਨੇ, ਕਿਰਾਏ ਦਾ ਭੁਗਤਾਨ ਕਰਦੇ ਹਨ ਅਤੇ ਪੂਰਾ ਕਰਨ ਦੀ ਕੋਸ਼ਿਸ਼ ਵੀ ਕਰਦੇ ਨੇ। ਦੇਸ਼ ਭਰ ਦੇ ਸਕੂਲ ਪੋਸ਼ਣ ਪ੍ਰੋਗਰਾਮਾਂ ਦਾ ਕਹਿਣਾ ਹੈ ਕਿ ਉਹ ਲੋੜਵੰਦ ਵਿਦਿਆਰਥੀਆਂ ਦੀ ਵੱਧ ਰਹੀ ਗਿਣਤੀ ਨੂੰ ਭੋਜਨ ਪ੍ਰਦਾਨ ਕਰਨ ਲਈ ਸੰਘਰਸ਼ ਕਰ ਰਹੇ ਨੇ। ਬ੍ਰੇਕਫਾਸਟ ਸੰਸਥਾ ਦੇ ਸਹਿ ਸੰਸਥਾਪਕ ਜੂਡਿਥ ਬੈਰੀ ਨੇ ਮੌਂਟਰੀਅਲ ਵਿੱਚ ਕਿਹਾ ਕਿ ਕੈਨੇਡਾ ਦਾ ਬ੍ਰੇਕਫਾਸਟ ਕਲੱਬ ਇੱਕ ਰਾਸ਼ਟਰੀ ਪ੍ਰੋਗਰਾਮ ਜੋ ਕਿ 5,80,000 ਤੋਂ ਵੱਧ ਬੱਚਿਆਂ ਤੱਕ ਪਹੁੰਚਾਉਂਦਾ ਹੈ। ਉਹਨਾਂ ਦਾ ਕਹਿਣਾ ਹੈ ਕਿ ਭੋਜਨ ਪ੍ਰੋਗਰਾਮਾਂ ਵਿੱਚ ਇਹ
3,500 ਤੋਂ ਵੱਧ ਸਕੂਲਾਂ ਵਿੱਚ ਸਹਾਇਤਾ ਕਰਦੇ ਨੇ। ਔਸਤਨ 30 ਤੋਂ 40% ਵਿਦਿਆਰਥੀ ਆਮ ਤੌਰ ਉੱਤੇ ਮਹਾਮਾਰੀ ਤੋਂ ਪਹਿਲਾਂ ਹਿੱਸਾ ਲੈਂਦੇ ਸਨ। ਭੋਜਨ ਦੀਆਂ ਕੀਮਤਾਂ ਜ਼ਿੱਦ ਨਾਲ ਉੱਚੀਆਂ ਰਹਿਣ ਦੇ ਨਾਲ ਹੁਣ ਕੁਝ ਔਸਤ ਸਕੂਲ ਦੀ ਪੂਰੀ ਆਬਾਦੀ ਦੇ 60 ਅਤੇ 75% ਦੇ ਨੇੜੇ ਹੋ ਚੁੱਕੇ ਨੇ। ਕਰਿਆਨੇ ਦੀਆਂ ਕੀਮਤਾਂ ਦਾ ਸਕੂਲ ਦੇ ਪੋਸ਼ਣ ਪ੍ਰੋਗਰਾਮਾਂ ਉੱਤੇ ਪ੍ਰਭਾਵ ਪੈਂਦਾ ਹੈ, ਕਿਉਂਕਿ ਆਪਰੇਟਰਾਂ ਨੂੰ ਉਹੀ ਮੂਲ ਅਤੇ ਭੋਜਨ ਦੀ ਉਹੀ ਮਾਤਰਾ ਨਹੀਂ ਮਿਲਦੀ ਜਿਸ ਦੀ ਉਹਨਾਂ ਨੂੰ ਲੋੜ ਹੁੰਦੀ ਹੈ। ਜੋ ਸਰਕਾਰੀ ਸੰਬੰਧਾਂ ਦੇ ਸਮੂਹ ਦੇ ਡਾਇਰੈਕਟਰ ਵੀ ਹਨ ਯਾਨੀ ਬੈਰੀ ਨੇ ਇਹ ਵੀ ਕਿਹਾ ਹੈ ਕਿ ਪੂਰੀ ਦੁਨੀਆ ਵਿੱਚ ਲੋਕ ਜਾਣਦੇ ਹਨ ਕਿ ਬੱਚੇ ਉਦੋਂ ਤੱਕ ਨਹੀਂ ਸਿੱਖ ਸਕਦੇ ਜਦੋਂ ਤੱਕ ਉਹਨਾਂ ਨੂੰ ਚੰਗੀ ਤਰ੍ਹਾਂ ਖਵਾਇਆ ਨਹੀਂ ਜਾਂਦਾ। ਡੈਬੀ ਫੀਲਡ ਕੋਲੀਸ਼ਨ ਫਾਰ ਹੈਲਦੀ ਸਕੂਲ ਫੂਡ ਦੇ ਕੋਆਰਡੀਨੇਟਰ ਗੈਰ ਲਾਭਕਾਰੀ ਸੰਗਠਨਾਂ ਦੇ ਇੱਕ ਰਾਸ਼ਟਰੀ ਸਮੂਹ ਜੋ ਕਿ ਪੌਸ਼ਟਿਕ ਸਕੂਲ ਤੱਕ ਵਿਦਿਆਰਥੀਆਂ ਦੀ ਪਹੁੰਚ ਨੂੰ ਵਧਾਉਣ ਲਈ ਕੰਮ ਕਰਦੇ ਨੇ, ਉਹਨਾਂ ਦਾ ਕਹਿਣਾ ਹੈ ਕਿ ਸਕੂਲ ਦਾ ਭੋਜਨ ਇੱਕ ਜ਼ਰੂਰੀ ਸੇਵਾ ਹੁੰਦੀ ਹੈ। ਫੀਲਡ ਜੋ ਕਿ ਟੋਰਾਂਟੋ ਮੈਟਰੋਪੋਲੀਟਨ ਯੂਨੀਵਰਸਿਟੀ ਦੇ ਸੈਂਟਰ ਆਫ ਸਟੱਡੀਜ਼ ਇਨ ਫੂਡ ਸਿਕਿਉਰਿਟੀ ਦੇ ਇੱਕ ਸਹਿਯੋਗੀ ਮੈਂਬਰ ਵੀ ਰਹਿ ਚੁੱਕੇ ਨੇ, ਉਹਨਾਂ ਨੇ ਵੀ ਨੋਟ ਕੀਤਾ ਕਿ ਜਦੋਂ ਮਹਾਮਾਰੀ ਦੀ ਸ਼ੁਰੂਆਤ ਵਿੱਚ ਵੱਖ-ਵੱਖ ਬਿੰਦੂਆਂ ਤੇ ਵਿਅਕਤੀਗਤ ਕਲਾਸਾਂ ਬੰਦ ਹੋ ਗਈਆਂ ਸਨ ਤਾਂ ਇਸ ਨੇ ਰੇਖਾਂਕਿਤ ਕੀਤਾ ਕਿ ਸਕੂਲ ਦਾ ਨਾਸ਼ਤਾ, ਦੁਪਹਿਰ ਦਾ ਖਾਣਾ ਅਤੇ ਸਨੈਕ ਪ੍ਰੋਗਰਾਮ ਕਿੰਨੇ ਮਹੱਤਵਪੂਰਨ ਹੁੰਦੇ ਨੇ ਸਾਰੇ ਵਿਦਿਆਰਥੀਆਂ ਲਈ। ਹਾਲਾਂਕਿ ਸੂਬਾਈ, ਖੇਤਰੀ ਅਤੇ ਕੁਝ ਮਿਊਨਿਸਪਲ ਸਰਕਾਰਾਂ ਨੇ ਸਕੂਲੀ ਪੋਸ਼ਣ ਪ੍ਰੋਗਰਾਮਾਂ ਲਈ ਫੰਡ ਦੇਣ ਵਿੱਚ ਵੀ ਮਦਦ ਕੀਤੀ ਹੈ ਅਤੇ ਕੈਨੇਡਾ ਵਿੱਚ ਦੇਸ਼ ਭਰ 'ਚ ਭੋਜਨ ਪ੍ਰੋਗਰਾਮਾਂ ਚਲਾਉਣ ਵਾਲੇ ਬਹੁਤ ਸਾਰੇ ਰਚਨਾਤਮਕ ਲੋਕ ਹਨ। ਫੀਲਡ ਨੇ ਕਿਹਾ ਕਿ ਸਿਸਟਮ ਨੂੰ ਹੁਣ ਲੋੜ ਹੈ ਕਾਫੀ ਚੀਜ਼ਾਂ ਦੀ, ਜਿਵੇਂ ਭੋਜਨ ਦੀਆਂ ਕੀਮਤਾਂ ਵਧ ਰਹੀਆਂ ਨੇ, ਸਕੂਲੀ ਭੋਜਨ ਪ੍ਰੋਗਰਾਮਾਂ ਲਈ ਮੁੱਖ ਫੰਡਾਂ ਨੂੰ ਵਧਾਉਣ ਦੀ ਲੋੜ ਹੋ ਰਹੀ ਹੈ। ਟੋਰਾਂਟੋ ਵਿੱਚ ਐਂਜਲ ਫਾਊਂਡੇਸ਼ਨ ਫਾਰ ਲਰਨਿੰਗ ਦੇ ਕਾਰਜਕਾਰੀ ਨਿਰਦੇਸ਼ਕ ਜੌਨ ਗੈਨ ਚੈਰਿਟੀ ਦੁਆਰਾ 180 ਤੋਂ ਵੱਧ ਵਿਦਿਆਰਥੀ ਪੋਸ਼ਣ ਪ੍ਰੋਗਰਾਮਾਂ ਨੂੰ ਪ੍ਰਦਾਨ ਕੀਤੇ ਜਾਣ ਵਾਲੇ ਸਮਰਥਨ ਨੂੰ ਵਧਾਉਣ ਦੀ ਉਮੀਦ ਵਿੱਚ ਚੱਲ ਰਹੇ ਫੰਡ ਰੇਜ਼ਿੰਗ ਚਰਚਾਵਾਂ ਅਤੇ ਨਵੀਆਂ ਪਹਿਲਕਦਮੀਆਂ ਵਿੱਚ ਰੁੱਝੇ ਹੋਏ ਨੇ, ਜੋ ਹਰ ਸਕੂਲੀ ਦਿਨ ਵਿੱਚ 61,000 ਵਿਦਿਆਰਥੀਆਂ ਨੂੰ ਭੋਜਨ ਦਿੰਦੇ ਨੇ। ਫਾਊਂਡੇਸ਼ਨ ਵੱਖ-ਵੱਖ ਸਰੋਤਾਂ ਤੋਂ ਵਿੱਤੀ ਯੋਗਦਾਨ ਇਕੱਠਾ ਕਰਦੀ ਹੈ, ਜਿਸ ਵਿੱਚ ਸਰਕਾਰਾਂ ਦੇ ਪੱਧਰ, ਨਿੱਜੀ ਦਾਨੀਆਂ ਅਤੇ ਕਾਰਪੋਰੇਟ ਭਾਈਵਾਲਾਂ ਨਾਲ ਫੰਡ ਇਕੱਠਾ ਕਰਨ ਦੀਆਂ ਮੁਹਿੰਮ ਸ਼ਾਮਿਲ ਹਨ, ਜਿਵੇਂ ਕਿ ਕਰਿਆਨੇ ਦੇ ਰਿਟੇਲਰ ਆਉਣ ਵਾਲੇ ਟੋਨੀਸ ਫॉर ਟਮੀਜ਼ ਅਪੀਲ ਨੂੰ ਚਲਾ ਰਹੇ ਨੇ ਅਤੇ ਉਸ ਫੰਡਿੰਗ ਨੂੰ ਸਕੂਲ ਦੇ ਪ੍ਰੋਗਰਾਮਾਂ ਵਿੱਚ ਬਦਲ ਦਿੱਤਾ ਜਾਂਦਾ ਹੈ। ਕੁਝ ਸਕੂਲਾਂ ਨੇ ਭੋਜਨ ਪ੍ਰੋਗਰਾਮਾਂ ਵਿੱਚ ਭਾਗੀਦਾਰਾਂ ਨੂੰ ਦੁੱਗਣਾ ਦੇਖਿਆ। ਯੌਨ ਨੇ ਕਿਹਾ ਕਿਉਂਕਿ ਇਹ ਆਪਰੇਸ਼ਨ ਤਾਜ਼ਾ ਸਿਹਤਮੰਦ ਪੇਸ਼ਕਸ਼ਾਂ ਉੱਤੇ ਕੇਂਦਰਿਤ ਕਰਦੇ ਹਨ ਅਤੇ ਖਾਸ ਪੋਸ਼ਣ ਸੰਬੰਧੀ ਦਿਸ਼ਾ ਨਿਰਦੇਸ਼ਾਂ ਦੀ ਪਾਲਣਾ ਕਰਨ ਦੀ ਲੋੜ ਹੁੰਦੀ ਹੈ। ਸਟਾਫ ਕੋਲ ਉੱਚ ਭੋਜਨ ਦੀਆਂ ਕੀਮਤਾਂ ਦਾ ਭੁਗਤਾਨ ਕਰਨ ਤੋਂ ਇਲਾਵਾ ਕੋਈ ਵਿਕਲਪ ਨਹੀਂ ਹੁੰਦਾ। ਬਹੁਤ ਸਾਰੇ ਸਕੂਲਾਂ ਵਿੱਚ ਇੱਕ ਹੀ ਸਨੈਕ ਜਾਂ ਭੋਜਨ ਇੱਕਮਾਤਰ ਪੌਸ਼ਟਿਕ ਭੋਜਨ ਹੋ ਸਕਦਾ ਹੈ ਜੋ ਵਿਦਿਆਰਥੀ ਜਾਂ ਬੱਚੇ ਨੂੰ ਉਸ ਦਿਨ ਮਿਲਦਾ ਹੈ। ਪਿਛਲੇ ਹਫ਼ਤੇ ਫਾਊਂਡੇਸ਼ਨ ਨੇ ਸ਼ਹਿਰ ਦੇ 12 ਸਕੂਲ ਫੂਡ ਪ੍ਰੋਗਰਾਮਾਂ ਨੂੰ ਐਮਰਜੈਂਸੀ ਫੰਡਾਂ ਵਿੱਚ $60,000 ਜਾਰੀ ਕੀਤੇ ਸਨ। ਮਹਾਮਾਰੀ ਤੋਂ ਪਹਿਲਾਂ ਯੌਨ ਨੇ ਕਿਹਾ ਟਾਪ ਅਪ ਫੰਡਿੰਗ ਬੇਨਤੀਆਂ ਆਮ ਤੌਰ ਉੱਤੇ ਸਕੂਲੀ ਸਾਲ ਦੇ ਅੰਤ ਦੇ ਨੇੜੇ ਆਉਂਦੀਆਂ ਸਨ। ਸਟਾਫ ਵੱਲੋਂ ਵਾਧੂ ਮਾਲੀਆ ਸਰੋਤਾਂ ਦੀ ਪੜਚੋਲ ਜਾਰੀ ਹੈ। ਨਵੇਂ ਦਾਨੀ, ਹੋਰ ਸਰਕਾਰੀ ਗ੍ਰਾਂਟਾਂ ਜਾਂ ਸ਼ਾਇਦ ਇੱਕ ਚੈਰੀਟੇਬਲ ਲਾਟਰੀ ਲਾਇਸੈਂਸ। ਉਹਨਾਂ ਦਾ ਕਹਿਣਾ ਹੈ ਕਿ ਇਸ ਸਾਲ ਦੇ ਫੈਡਰਲ ਬਜਟ ਵਿੱਚ ਇੱਕ ਰਾਸ਼ਟਰੀ ਸਕੂਲ ਫੂਡ ਪ੍ਰੋਗਰਾਮ ਉੱਤੇ ਅੰਦੋਲਨ ਦੇਖਣ ਦੀ ਵੀ ਉਮੀਦ ਕੀਤੀ ਜਾ ਰਹੀ ਹੈ। ਉੱਥੇ 2023 ਵਿੱਚ ਹੁਣ ਸਰੀ ਦੇ ਟੈਕਸ ਪੇਅਰਸ ਲਈ ਜੀਵਨ ਹੋਰ ਮਹਿੰਗਾ ਹੋਣ ਦੀ ਉਮੀਦ ਕੀਤੀ ਜਾ ਰਹੀ ਹੈ। ਰਿਪੋਰਟ ਦੇ ਅਨੁਸਾਰ 2023 ਵਿੱਚ ਪਾਣੀ, ਸੀਵਰੇਜ, ਡਰੇਨਸ ਅਤੇ ਹੋਰ ਰਹਿਣ-ਖਹਿਣ ਦੀਆਂ ਸਹੂਲਤਾਂ ਦੀਆਂ ਦਰਾਂ ਵਿੱਚ ਵਾਧਾ ਹੋ ਸਕਦਾ ਹੈ। ਜੇਕਰ ਕੌਂਸਲ ਸਿਰੀ ਸਟਾਫ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰੀ ਦਿੰਦੀ ਹੈ
ਤਾਂ ਸਰੀ ਯੂਟਿਲਿਟੀ ਰੇਟਾਂ ਵਿੱਚ ਵਾਧਾ ਹੋਣ ਵਾਲਾ ਹੈ। ਸਰੀ ਸ਼ਹਿਰ ਦਾ ਸਟਾਫ ਕਾਉਂਸਲ ਨੂੰ 2023 ਵਿੱਚ ਪਾਣੀ, ਸੀਵਰੇਜ, ਡਰੇਨੇਜ ਅਤੇ ਠੋਸ ਰਹਿੰਦ ਖੂੰਹਦ ਦੀਆਂ ਸਹੂਲਤਾਂ ਦੀਆਂ ਦਰਾਂ ਵਿੱਚ ਵਾਧਾ ਕਰਨ ਦੀ ਅਪੀਲ ਕਰਦਾ ਹੈ। ਜੇਕਰ ਕਾਉਂਸਲ 30 ਜਨਵਰੀ ਨੂੰ ਪਾਣੀ, ਸੀਵਰੇਜ, ਡਰੇਨੇਜ ਵਧਾਉਣ ਲਈ ਸਿਟੀ ਸਟਾਫ ਦੀਆਂ ਸਿਫਾਰਸ਼ਾਂ ਨੂੰ ਮਨਜ਼ੂਰੀ ਦਿੰਦੀ ਹੈ ਤਾਂ ਸਰੀ ਦੇ ਟੈਕਸ ਦਾਤਾਵਾਂ ਲਈ ਜੀਵਨ ਹੋਰ ਮਹਿੰਗਾ ਹੋ ਸਕਦਾ ਹੈ ਅਤੇ 2023 ਵਿੱਚ ਠੋਸ ਰਹਿੰਦ ਖੂੰਹਦ ਦੀਆਂ ਉਪਯੋਗਤਾਵਾਂ ਦਰਾਂ ਵਿੱਚ ਵੀ ਅਸਰ ਪੈ ਸਕਦਾ ਹੈ। ਸਰੀ ਦੇ ਵਿੱਤ ਦੇ ਜਨਰਲ ਮੈਨੇਜਰ ਕਮ ਗਰੇਵਾਲ ਅਤੇ ਸਿਟੀ ਮੈਨੇਜਰ ਵਿੰਸੈਂਟ ਦੁਆਰਾ ਲਿਖੀ ਗਈ ਇੱਕ ਕਾਰਪੋਰੇਟ ਰਿਪੋਰਟ ਸ਼ਹਿਰ ਦੀ ਵਿੱਤ ਕਮੇਟੀ ਨੂੰ ਸਰੀ ਵਿੱਚ 2023 5 ਸਾਲਾਂ ਦੀ ਤਿਆਰੀ ਵਿੱਚ ਦਰਾਂ ਐਡਜਸਟਮੈਂਟਾਂ ਨੂੰ ਮਨਜ਼ੂਰੀ ਦੇਣ ਦੀ ਅਪੀਲ ਕਰਦੀ ਹੈ। ਰਿਪੋਰਟ ਨੋਟ ਕਰਦੀ ਹੈ, ਸਵੈ ਫੰਡ ਵਾਲੇ ਪ੍ਰੋਗਰਾਮ ਜਿਨ੍ਹਾਂ ਨੂੰ ਉਪਯੋਗਤਾਵਾਂ ਵਜੋਂ ਹੀ ਜਾਣਿਆ ਜਾਂਦਾ ਹੈ, ਉਪਭੋਗਤਾਵਾਂ ਭੁਗਤਾਨ ਪਹੁੰਚ ਦੀ ਪਾਲਣਾ ਕਰਦੇ ਹਨ ਜਿਸ ਨੂੰ ਸਿਟੀ ਨੇ ਮੌਜੂਦਾ ਅਤੇ ਪਿਛਲੇ ਸਾਲਾਂ ਦੇ ਬਜਟ ਵਿੱਚ ਲਗਾਤਾਰ ਲਾਗੂ ਕੀਤਾ ਹੈ। ਰਿਪੋਰਟ ਔਸਤ ਮੀਟਰ ਵਾਲੇ ਸਿੰਗਲ ਪਰਿਵਾਰਕ ਨਿਵਾਸ ਲਈ ਪ੍ਰਤੀ ਸਾਲ $13.54 ਦੇ ਕੁੱਲ ਵਾਧੇ ਦੀ ਸਿਫਾਰਿਸ਼ ਕਰਦੀ ਹੈ ਅਤੇ ਜੋ ਪ੍ਰਤੀ ਸਾਲ 360 ਕਿਊਬਿਕ ਮੀਟਰ ਪਾਣੀ ਦੀ ਖਪਤ ਕਰਦਾ ਹੈ। ਔਸਤ ਕਾਰੋਬਾਰ ਲਈ $75.20 ਪ੍ਰਤੀ ਸਾਲ ਜੋ ਕਿ ਪ੍ਰਤੀ ਸਾਲ 2000 ਕਿਊਬਿਕ ਮੀਟਰ ਪਾਣੀ ਦੀ ਖਪਤ ਕਰਦਾ ਹੈ ਅਤੇ ਇਹ ਵੀ ਸਿਫਾਰਿਸ਼ ਕਰਦਾ ਹੈ ਕਿ ਔਸਤ ਰਿਹਾਇਸ਼ੀ ਅਤੇ ਵਪਾਰਕ ਸੰਪਤੀਆਂ ਲਈ ਵਾਟਰ ਮੀਟਰ ਬੇਸ ਚਾਰਜ ਵਿੱਚ $6 ਅਤੇ $12 ਦਾ ਵਾਧੂ ਲਾਗਾ ਹੋਣਾ ਚਾਹੀਦਾ ਹੈ ਜਿਨ੍ਹਾਂ ਟੈਕਸ ਦਾਤਾਵਾਂ ਕੋਲ ਪਾਣੀ ਦਾ ਮੀਟਰ ਨਹੀਂ ਹੈ। ਉਹਨਾਂ ਦੇ ਫਲੈਟ ਵਾਟਰ ਰੇਟ ਨੂੰ ਗੈਰ ਮੀਟਰ ਵਾਲੇ ਖਾਤਿਆਂ ਦੁਆਰਾ ਪਾਣੀ ਦੀ ਔਸਤ ਪਾਣੀ ਦੀ ਖਪਤ ਦੇ ਆਧਾਰ ਉੱਤੇ ਪ੍ਰਤੀ ਸਾਲ $30.8 ਦਾ ਵਾਧਾ ਕੀਤਾ ਜਾਵੇਗਾ। ਰਿਹਾਇਸ਼ੀ ਗ੍ਰਾਹਕਾਂ ਲਈ ਪ੍ਰਤੀ ਸਾਲ 800 ਕਿਊਬਿਕ ਮੀਟਰ ਹੋਣ ਦਾ ਅਨੁਮਾਨ ਹੈ। ਇਸ ਤੋਂ ਇਲਾਵਾ ਗ੍ਰੇਟਰ ਵੈਨਕੂਵਰ ਵਾਟਰ ਡਿਸਟ੍ਰਿਕਟ ਬਲਕ ਵਾਟਰ ਦੀਆਂ ਦਰਾਂ 5 ਸਾਲਾਂ ਯੋਜਨਾ ਦੇ ਬਾਕੀ 4 ਸਾਲਾਂ ਵਿੱਚੋਂ ਹਰੇਕ ਲਈ ਔਸਤਨ 12.35% ਪ੍ਰਤੀ ਸਾਲ ਵਧਣ ਦੀ ਉਮੀਦ ਹੈ। ਰਿਪੋਰਟ ਦਰਸਾਉਂਦੀ ਹੈ, ਸੀਵਰ ਉਪਯੋਗਤਾਵਾਂ ਦਰਾਂ ਲਈ ਸ਼ਹਿਰ ਦਾ ਸਟਾਫ ਔਸਤ ਮੀਟਰਡ ਸਿੰਗਲ ਫੈਮਿਲੀ ਨਿਵਾਸ ਲਈ ਪ੍ਰਤੀ ਸਾਲ $31 ਅਤੇ ਕਾਰੋਬਾਰਾਂ ਲਈ $174 ਪ੍ਰਤੀ ਸਾਲ ਦੇ ਵਾਧੇ ਦੀ ਸਿਫਾਰਿਸ਼ ਕਰ ਰਿਹਾ ਹੈ ਜਦੋਂ ਕਿ ਫਲੈਟ ਦਰਾਂ ਉੱਤੇ ਵਸਨੀਕ ਪ੍ਰਤੀ ਸਾਲ 65 ਤੋਂ ਵੱਧ ਹੋਰ ਵਧਾ ਸਕਦੇ ਨੇ। ਜੇਕਰ ਕਾਉਂਸਲ ਇਸ ਕਾਰਪੋਰੇਟ ਰਿਪੋਰਟ ਦੀਆਂ ਸਿਫਾਰਸ਼ਾਂ ਨੂੰ ਅਪਣਾਉਂਦੀ ਹੈ ਤਾਂ ਕੂੜਾ ਇਕੱਠਾ ਕਰਨ ਦੀਆਂ ਸੇਵਾਵਾਂ ਵੀ ਹੋਰ ਮਹਿੰਗੀਆਂ ਹੋ ਜਾਣਗੀਆਂ। ਪਿਛਲੇ ਸਾਲ ਸਿੰਗਲ ਅਤੇ ਬਹੁਪਰਿਵਾਰਕ ਪਰਿਵਾਰਾਂ ਲਈ ਕੂੜਾ, ਰੀਸਾਈਕਲਿੰਗ ਅਤੇ ਜੈਵਿਕ ਸੰਗ੍ਰਹਿ ਲਈ ਐਬ $315.90 ਪ੍ਰਤੀ ਸਾਲ ਅਤੇ ਸੈਕੰਡਰੀ ਸੂਟ ਗ੍ਰਾਹਕਾਂ ਲਈ $155 ਤੋਂ ਵੀ ਜ਼ਿਆਦਾ ਸੀ। ਰਿਪੋਰਟ ਦਰਸਾਉਂਦੀ ਹੈ ਕਿ ਮੈਟਰੋ ਵੈਨਕੂਵਰ ਵਿੱਚ 2023 ਵਿੱਚ ਟਿਪਿੰਗ ਫੀਸ ਚਾਰਜ 5% ਜਾਂ $6 ਪ੍ਰਤੀ ਟਨ 127 ਪ੍ਰਤੀ ਟਨ ਟਿਪਿੰਗ ਵਿੱਚ ਫੀਸ ਦੀ ਨਾਲ ਵਧੇਗੀ। ਮੈਟਰੋ ਵੈਨਕੂਵਰ ਇਹ ਵੀ ਅਨੁਮਾਨ ਲਗਾ ਰਿਹਾ ਹੈ ਕਿ ਸਾਲ 2024 ਤੋਂ ਲੈ ਕੇ 2026 ਤੱਕ ਸੋਲਿਡ ਵੇਸਟ ਟਿਪਿੰਗ ਫੀਸ ਵਿੱਚ $7 ਪ੍ਰਤੀ ਟਨ ਸਾਲਾਨਾ ਅਤੇ 2027 ਵਿੱਚ $8 ਦਾ ਵਾਧਾ ਹੋਵੇਗਾ। ਰਿਪੋਰਟ ਵਿੱਚ ਅੱਗੇ ਕਿਹਾ ਗਿਆ 2023 ਲਈ ਸਰੀ ਸ਼ਹਿਰ ਦਾ ਸਟਾਫ 5.6% ਵਾਧੇ ਨੂੰ ਲਾਗੂ ਕਰਨ ਦੀ ਸਿਫਾਰਿਸ਼ ਕਰ ਰਿਹਾ ਹੈ। ਸਿੰਗਲ ਪਰਿਵਾਰ ਅਤੇ ਬਹੁਪਰਿਵਾਰਕ ਗ੍ਰਾਹਕਾਂ ਲਈ $333 ਦੀ ਸਾਲਾਨਾ ਉਗਰਾਹੀ ਦਰ ਅਤੇ ਸੈਕੰਡਰੀ ਸੂਟ ਗ੍ਰਾਹਕਾਂ ਲਈ $165 ਦੀ ਹੋਵੇਗੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਸਟਾਫ ਆਪਰੇਸ਼ਨ ਰੀਸਾਈਕਲਿੰਗ ਗ੍ਰਾਹਕਾਂ ਲਈ $1.80 ਤੋਂ ਲੈ ਕੇ $34 ਤੱਕ ਅਤੇ ਆਪਰੇਸ਼ਨ ਰੀਸਾਈਕਲਿੰਗ ਅਤੇ ਜੈਵਿਕ ਗ੍ਰਾਹਕਾਂ ਲਈ $2 ਤੋਂ ਵੱਧ ਹੋ ਸਕਦੀ ਹੈ। ਉੱਥੇ ਸੂਬਾ ਸਰਕਾਰ ਵੱਲੋਂ ਲੋਕਾਂ ਨੂੰ ਡੀਜ਼ਲ ਤੋਂ ਦੂਰ ਰੱਖਣ ਲਈ ਕਈ ਕਦਮ ਲਿੱਤੇ ਜਾ ਰਹੇ ਨੇ ਤੇ ਹੁਣ ਉਹਨਾਂ ਵੱਲੋਂ ਬਦਲਾਵ ਲਿਆਉਣ ਲਈ $7 ਮਿਲੀਅਨ ਵੀ ਦਿੱਤੇ ਜਾ ਰਹੇ ਨੇ। ਕੀ ਕਹਿਣਾ ਹੈ ਹੋਰ ਸੂਬਾ ਸਰਕਾਰ ਦਾ, ਦੇਖੋ ਇਸ ਰਿਪੋਰਟ ਵਿੱਚ। BC ਸਰਕਾਰ ਦੂਰ ਦਰਾੜੇ ਦੇ ਭਾਈਚਾਰਿਆਂ ਨੂੰ ਡੀਜ਼ਲ ਤੋਂ ਰੀਨਿਊਏਬਲ એનર્ਜੀ ਵੱਲ ਲਿਜਾਣ ਲਈ ਲੱਖਾਂ ਡਾਲਰਸ ਦੇਣ ਨੂੰ ਤਿਆਰ ਹੈ। ਸੂਬਾਈ ਸਰਕਾਰ 12 ਰਿਮੋਟ ਫਰਸਟ ਨੇਸ਼ਨ ਉਹਨਾਂ ਦੇ ਭਾਈਚਾਰਿਆਂ ਨੂੰ ਸ਼ਕਤੀ ਦੇਣ ਲਈ ਡੀਜ਼ਲ ਤੋਂ ਰੀਨਿਊਏਬਲ એનર્ਜੀ ਵਿੱਚ ਬਦਲਣ ਦੀ ਮਦਦ ਕਰਨ ਲਈ $7 ਮਿਲੀਅਨ ਦੇ ਰਹੀ ਹੈ।
ਇਹ ਪੈਸਾ BC ਦੇ 44 ਦੂਰ ਦਰਾੜੇ ਭਾਈਚਾਰਿਆਂ ਨੂੰ ਵਿਕਲਪ ਊਰਜਾ ਪ੍ਰੋਜੈਕਟ ਵਿਕਸਿਤ ਕਰਨ ਅਤੇ ਊਰਜਾ ਕੁਸ਼ਲਤਾ ਨੂੰ ਅੱਗੇ ਵਧਾਉਣ ਵਿੱਚ ਮਦਦ ਕਰਨ ਲਈ 3 ਸਾਲ ਵਿੱਚ ਇਸ ਰਕਮ ਨੂੰ ਖਰਚਣ ਲਈ ਸਥਾਪਿਤ ਕੀਤੇ $29 ਮਿਲੀਅਨ ਕਮਿਊਨਿਟੀ ਐਨਰਜੀ ਡੀਜ਼ਲ ਰਿਕਰਜਨ ਪ੍ਰੋਗਰਾਮ ਤੋਂ ਆਵੇਗਾ। ਇਹਨਾਂ ਭਾਈਚਾਰਿਆਂ ਦੀ ਬਹੁਗਿਣਤੀ ਫਰਸਟ ਨੇਸ਼ਨ ਹੈ। ਊਰਜਾ ਮੰਤਰੀ ਜੋਸੀ ਔਸਬੋਰਨ ਨੇ ਕਿਹਾ ਕਿ BC NDP ਦੇ 2030 ਤੱਕ ਦੂਰ ਦਰਾੜੇ ਦੇ ਭਾਈਚਾਰਿਆਂ ਵਿੱਚ ਡੀਜ਼ਲ ਬਿਜਲੀ ਉਤਪਾਦਨ ਨੂੰ 80% ਤੱਕ ਘਟਾਉਣ ਦਾ ਟੀਚਾ ਰੱਖਦੀ ਹੈ। ਬਾਇਓਮਾਸ ਦੁਆਰਾ ਸੰਚਾਲਿਤ ਬਣਾਉਣ ਲਈ $3,50,000 ਪ੍ਰਾਪਤ ਹੋਣਗੇ। ਗਰਮੀ ਅਤੇ ਬਿਜਲੀ ਲਈ ਪ੍ਰਣਾਲੀ ਅਤੇ ਹੈਡਾ ਨੇਸ਼ਨ, ਜਿਸ ਨੂੰ ਹੈਡਾ ਗਵਾਈ ਦੇ ਉੱਤਰੀ ਗ੍ਰਿਡ ਉੱਤੇ 2 ਮੈਗਾਵਾਟ ਸੂਰਜੀ ਫਾਰਮ ਨੂੰ ਵਿਕਸਿਤ ਕਰਨ ਅਤੇ ਬਣਾਉਣ ਲਈ $2 ਮਿਲੀਅਨ ਪ੍ਰਾਪਤ ਹੋਣਗੇ। ਔਸਬੋਰਨ ਨੇ ਕਿਹਾ ਕਿ 2019 BC ਦੇ ਦੂਰ ਦਰਾੜੇ ਦੇ ਭਾਈਚਾਰਿਆਂ ਨੇ ਘੱਟੋ-ਘੱਟ 19 ਮਿਲੀਅਨ ਲੀਟਰ ਡੀਜ਼ਲ ਨੂੰ ਸਾੜਿਆ, ਜੋ ਕਿ 51,780 ਟਨ ਕਾਰਬਨ ਡਾਈਆਕਸਾਈਡ ਦੇ ਬਰਾਬਰ ਹੈ। ਪ੍ਰੋਗਰਾਮ ਰਿਮੋਟ ਫਰਸਟ ਨੇਸ਼ਨ ਕਮਿਊਨਿਟੀਆਂ ਲਈ ਸਰਕਾਰੀ ਸਹਾਇਤਾ ਵਿੱਚ ਇੱਕ ਮਹੱਤਵਪੂਰਨ ਸੁਧਾਰ ਹੈ। ਪੈਂਟਨ ਨੇ ਕਿਹਾ, ਅੱਜ ਇਹ ਸਪਸ਼ਟ ਹੈ ਕਿ ਸੀਨੀਅਰ ਸਰਕਾਰਾਂ ਬਿਜਲੀ ਉਤਪਾਦਨ ਲਈ ਡੀਜ਼ਲ ਦੀ ਕਟੌਤੀ ਲਈ ਗੰਭੀਰ ਹੋਣਗੀਆਂ। ਉਹਨਾਂ ਨੇ ਐਪਲੀਕੇਸ਼ਨ ਸਹਾਇਤਾ ਸਮੱਗਰੀ ਤਿਆਰ ਕਰਨ, ਐਪਲੀਕੇਸ਼ਨਾਂ ਨੂੰ ਪੂਰਾ ਕਰਨ ਅਤੇ ਸਰਕਾਰਾਂ ਅਤੇ ਵਿਭਾਗਾਂ ਵਿੱਚ ਮਲਟੀਪਲ ਫੰਡਿੰਗ ਪ੍ਰੋਗਰਾਮਾਂ ਨੂੰ ਨੈਵੀਗੇਟ ਕਰਨ ਵਿੱਚ ਸਹਾਇਤਾ ਲਈ ਸਟਾਫ ਦੇ ਨਾਲ ਆਪਣੇ ਪ੍ਰੋਗਰਾਮਾਂ ਦਾ ਸੰਚਾਲਨ ਕੀਤਾ। ਸਾਡੀ ਸਮਰੱਥਾ ਅਤੇ ਨੈਤਿਕ ਸਮਰਥਨ ਨੂੰ ਵਧਾਉਣ ਇੱਕ ਗੇਮ ਬਦਲਣ ਵਾਲਾ ਹੈ। ਪ੍ਰੋਗਰਾਮ ਫੰਡਿੰਗ ਦੇ ਦੂਜੇ ਦੌਰ ਦਾ ਐਲਾਨ ਜਲਦੀ ਹੀ ਕੀਤੇ ਜਾਣ ਦੀ ਉਮੀਦ ਕੀਤੀ ਜਾ ਰਹੀ ਹੈ। ਤੇ ਸਿਵਲ ਲਿਬਰਟੀ ਗਰੁੱਪਸ ਵੱਲੋਂ ਇਸ ਚੀਜ਼ ਦਾ ਵਿਰੋਧ ਕੀਤਾ ਜਾ ਰਿਹਾ ਹੈ ਕਿ ਕਿਵੇਂ ਪੁਲਿਸ ਲੋਕਾਂ ਨੂੰ ਆਨਲਾਈਨ ਟਰੈਕ ਕਰਦੀ ਹੈ। ਉਹਨਾਂ ਦਾ ਕਹਿਣਾ ਹੈ ਕਿ IP ਦਾ ਪਤਾ ਲਗਾਉਣ ਲਈ ਉਹਨਾਂ ਨੂੰ ਅਦਾਲਤੀ ਆਦੇਸ਼ ਦੀ ਲੋੜ ਹੋਣੀ ਚਾਹੀਦੀ ਹੈ। ਨਾਗਰਿਕ ਸੁਤੰਤਰਤਾ ਸਮੂਹ ਨੇ ਦਲੀਲ ਦਿੱਤੀ ਕਿ ਪੁਲਿਸ ਲੋਕਾਂ ਨੂੰ ਆਨਲਾਈਨ ਕਿਵੇਂ ਟਰੈਕ ਕਰਦੀ ਹੈ। ਇਸ ਬਾਰੇ ਹੋਰ ਰੁਕਾਵਟਾਂ ਹੋਣੀਆਂ ਚਾਹੀਦੀਆਂ ਹਨ। ਕੈਨੇਡਾ ਦੀ ਸੁਪਰੀਮ ਕੋਰਟ ਮੰਗਲਵਾਰ ਨੂੰ ਇਸ ਗੱਲ ਉੱਤੇ ਬਹਿਸ ਸੁਣੇਗੀ ਕਿ ਪੁਲਿਸ ਨੂੰ ਕਿਸੇ ਵਿਅਕਤੀ ਦਾ IP ਦਾ ਪਤਾ ਪ੍ਰਾਪਤ ਕਰਨ ਲਈ ਅਦਾਲਤੀ ਆਦੇਸ਼ ਦੀ ਲੋੜ ਹੁੰਦੀ ਹੈ। ਇੱਕ ਮਾਮਲੇ ਵਿੱਚ ਸਿਵਲ ਲਿਬਰਟੀਜ਼ ਗਰੁੱਪਾਂ ਦਾ ਕਹਿਣਾ ਹੈ ਕਿ ਕੈਨੇਡੀਅਨਸ ਦਾ ਆਨਲਾਈਨ ਗੋਪਨੀਯਤਾ ਦਾਅ ਵਿੱਚ ਹੈ। ਕੈਨੇਡੀਅਨ ਸਿਵਲ ਲਿਬਰਟੀਜ਼ ਐਸੋਸੀਏਸ਼ਨ ਦੀ ਗੋਪਨੀਯਤਾ ਟੈਕਨੋਲੋਜੀ ਅਤੇ ਨਿਗਰਾਨੀ ਦੇ ਨਿਰਦੇਸ਼ਕ ਬ੍ਰੈਂਡਾ ਮੈਕਫੇਡ ਨੇ ਇੱਕ ਇੰਟਰਵਿਊ ਵਿੱਚ ਕਿਹਾ, ਇਸ ਦੇ ਮੂਲ ਰੂਪ ਵਿੱਚ ਇਹ ਕੇਸ ਬਾਰੇ ਹੈ। CCLA ਨੇ ਅਦਾਲਤ ਦੇ ਦਸਤਾਵੇਜ਼ਾਂ ਵਿੱਚ ਦਲੀਲ ਦਿੱਤੀ ਕਿ ਲੋਕ ਬਿਨਾਂ ਵਾਰੰਟ ਦੇ ਉਹਨਾਂ ਦੀ ਪਹੁੰਚ ਦਾ ਰਿਕਾਰਡ ਪ੍ਰਾਪਤ ਕੀਤੇ ਪੁਲਿਸ ਤੋਂ ਬਿਨਾਂ ਇੰਟਰਨੈਟ ਦੀ ਵਰਤੋਂ ਕਰਨ ਦੀ ਉਮੀਦ ਰੱਖਦੇ ਨੇ। ਉਹ ਪੁਲਿਸ ਪੋਸਟ ਹੌਕ ਨਿਗਰਾਨੀ ਤੋਂ ਮੁਕਤ ਹੋਣ ਦੀ ਉਮੀਦ ਕਰਦੇ ਹਨ ਜਦੋਂ ਤੱਕ ਵਾਰੰਟੀ ਨਹੀਂ ਦਿੱਤੀ ਜਾਂਦੀ। ਸੁਪਰੀਮ ਕੋਰਟ ਦੇ ਸਾਹਮਣੇ ਕੇਸ RV ਪਾਈਕੋਵੇਟ ਅਲਬਰਟਾ ਦੇ ਇੱਕ ਵਿਅਕਤੀ ਦੇ ਆਲੇ ਦੁਆਲੇ ਕੇਂਦਰਿਤ ਹੈ, ਜਿਸ ਨੂੰ ਗਿਫਟ ਕਾਰਡ ਆਨਲਾਈਨ ਖਰੀਦਣ ਲਈ ਅਣਅਧਿਕਾਰਤ ਕ੍ਰੈਡਿਟ ਕਾਰਡ ਡੇਟਾ ਦੀ ਵਰਤੋਂ ਕਰਨ ਅਤੇ ਫਿਰ ਸਟੋਰ ਵਿੱਚ ਖਰੀਦਦਾਰੀ ਕਰਨ ਲਈ ਉਹਨਾਂ ਗਿਫਟ ਕਾਰਡਾਂ ਦੀ ਵਰਤੋਂ ਕਰਨ ਦਾ ਦੋਸ਼ੀ ਠਹਿਰਾਇਆ ਗਿਆ। ਇੱਕ ਕਰਿਆਨੇ ਦੀ ਦੁਕਾਨ ਵੱਲੋਂ ਕੈਲਗਰੀ ਪੁਲਿਸ ਨੂੰ ਸ਼ੱਕੀ ਖਰੀਦਦਾਰੀ ਫਲੈਗ ਕੀਤੇ ਜਾਣ ਤੋਂ ਬਾਅਦ ਪੁਲਿਸ ਸੇਵਾ ਨੇ ਲੈਣ ਦੇਣ ਵਿੱਚ ਸ਼ਾਮਿਲ IP ਪਤੇ ਪ੍ਰਾਪਤ ਕਰਨ ਲਈ ਮੋਨੋਰੇਸ ਕਰਿਆਨੇ ਦੀ ਦੁਕਾਨ ਦੀ ਆਨਲਾਈਨ ਵਿਕਰੀ ਦਾ ਪ੍ਰਬੰਧਨ ਕਰਨ ਵਾਲੀ ਕੰਪਨੀ ਨਾਲ ਸੰਪਰਕ ਕੀਤਾ ਸੀ। ਮੋਨੋਰੇਸ ਦੁਆਰਾ IP ਅਤੇ ਪ੍ਰਦਾਨ ਕਰਨ ਲਈ ਤੋਂ ਬਾਅਦ ਪੁਲਿਸ ਨੇ ਇੰਟਰਨੈਟ ਪ੍ਰਦਾਤਾ ਨੂੰ ਗ੍ਰਾਹਕ ਦੀ ਪਛਾਣ ਕਰਨ ਲਈ ਮਜਬੂਰ ਕਰਨ ਲਈ ਇੱਕ ਉਤਪਾਦਨ ਆਰਡਰ ਪ੍ਰਾਪਤ ਕਰਨ ਦੀ ਅਦਾਲਤ ਵਿੱਚ ਅਰਜ਼ੀ ਦਿੱਤੀ। ਇਹ ਪਹਿਲਾਂ ਹੀ ਸਥਾਪਿਤ ਕਾਨੂੰਨ ਹੈ ਕਿ ਪੁਲਿਸ ਨੂੰ ਟੈਲੀਕਾਮ ਕੰਪਨੀਆਂ ਤੋਂ ਗ੍ਰਾਹਕਾਂ ਦੀ ਜਾਣਕਾਰੀ ਪ੍ਰਾਪਤ ਕਰਨ ਲਈ ਪ੍ਰੋਡਕਸ਼ਨ ਆਰਡਰ ਦੀ ਲੋੜ ਹੁੰਦੀ ਹੈ। ਹੁਣ ਸੁਪਰੀਮ ਕੋਰਟ ਦੇ ਸਾਹਮਣੇ ਮੁੱਦਾ ਇਹ ਹੈ ਕਿ IP ਐਡਰੈਸ ਪ੍ਰਾਪਤ ਕਰਨ ਲਈ ਕਾਨੂੰਨ ਲਾਗੂ ਕਰਨ ਵਾਲਿਆਂ ਨੂੰ ਵੀ ਅਦਾਲਤ ਜਾਣਾ ਚਾਹੀਦਾ ਹੈ। ਇਸ ਦੇ ਨਾਲ ਦਲੀਲ ਦਿੱਤੀ ਹੈ ਕਿ ਇੱਕ ਗੋਪਨੀਯਤਾ ਦੀ ਦਿਲਚਸਪੀ ਉਦੋਂ ਵੱਧਦੀ ਹੈ ਜਦੋਂ ਪੁਲਿਸ ਇੱਕ IP ਐਡਰੈਸ ਨੂੰ ਗ੍ਰਾਹਕਾਂ ਦੀ ਜਾਣਕਾਰੀ ਨਾਲ ਲਿੰਕ ਕਰਨ ਦੀ ਕੋਸ਼ਿਸ਼ ਕਰਦੀ ਹੈ ਅਤੇ ਇਸ ਮਾਮਲੇ ਵਿੱਚ ਪੁਲਿਸ ਨੇ ਅਜਿਹਾ ਕਰਨ ਲਈ ਇੱਕ ਪ੍ਰੋਡਕਸ਼ਨ ਆਰਡਰ ਲਈ ਕਾਨੂੰਨ ਤੌਰ ਉੱਤੇ ਅਰਜ਼ੀ ਦਿੱਤੀ। ਪਰ CCLA ਦਾ ਕਹਿਣਾ ਹੈ ਕਿ ਇੱਕ IP ਪਤੇ ਵਿੱਚ ਜਾਣਕਾਰੀ ਸੈੱਲ ਟਾਵਰ ਡੇਟਾ ਵਿੱਚ ਮਿਲਦੀ ਜਾਣਕਾਰੀ ਦੇ ਸਮਾਨ ਹੈ, ਜਿਸ ਤੱਕ ਪਹੁੰਚ ਕਰਨ ਲਈ ਪੁਲਿਸ ਨੂੰ ਅਦਾਲਤੀ ਅਧਿਕਾਰ ਦੀ ਲੋੜ ਹੁੰਦੀ ਹੈ।
ਇਸ ਦੇ ਦਲੀਲ ਦਿੱਤੀ ਕਿ ਇੱਕ IP ਐਡਰੈਸ ਪੀਰੀਅਡਾਂ ਦੁਆਰਾ ਵੱਖ ਕੀਤੇ ਨੰਬਰਾਂ ਦੀ ਇੱਕ ਲੜੀ ਨਾਲੋਂ ਬਹੁਤ ਜ਼ਿਆਦਾ ਹੈ। ਇਸ ਵਿੱਚ ਸਥਾਨ ਅਤੇ ਉਪਭੋਗਤਾਵਾਂ ਦੇ ਇੰਟਰਨੈਟ ਸੇਵਾ ਪ੍ਰਦਾਤਾ ਬਾਰੇ ਜਾਣਕਾਰੀ ਸ਼ਾਮਿਲ ਹੈ ਅਤੇ ਜਿਵੇਂ ਕਿ ਪੁਲਿਸ ਨੂੰ ਇੱਕ ਇੰਟਰਨੈਟ ਉਪਭੋਗਤਾ ਦੀ ਪਛਾਣ ਕਰਨ ਲਈ ਆਧਾਰ ਪ੍ਰਦਾਨ ਕਰਦਾ ਹੈ। ਇੱਕ IP ਐਡਰੈਸ ਤਿਆਰ ਕੀਤੇ ਬਿਨਾਂ ਕੋਈ ਵੀ ਜਾਣਕਾਰੀ ਆਨਲਾਈਨ ਪ੍ਰਸਾਰਿਤ ਜਾਂ ਪ੍ਰਾਪਤ ਨਹੀਂ ਹੋ ਸਕਦੀ। ਲੋਕ ਆਪਣੀਆਂ ਗਤੀਵਿਧੀਆਂ ਨੂੰ ਸਮਝਦੇ ਹੋਏ ਲੈਣ-ਦੇਣ ਕਰਨ ਦੀ ਉਮੀਦ ਕਰਦੇ ਨੇ। ਜਿਵੇਂ ਕਿ ਕੋਈ ਜੱਜ ਇਜਾਜ਼ਤ ਦਿੰਦਾ ਹੈ ਤਾਂ ਪੁਲਿਸ ਉਹਨਾਂ ਦੀਆਂ ਇੰਟਰਨੈਟ ਗਤੀਵਿਧੀਆਂ ਨੂੰ ਐਕਸੈਸ ਕਰਨ ਦੇ ਯੋਗ ਹੋਵੇਗੀ। CCLA ਨੇ ਇਹ ਵੀ ਕਿਹਾ, ਮਾਮਲੇ ਵਿੱਚ ਇੱਕ ਮਾਹਿਰ ਦੀ ਰਿਪੋਰਟ ਵਿੱਚ ਦੱਸਿਆ ਗਿਆ ਸੀ ਕਿ ਤੀਜੀ ਧਿਰ ਦੀਆਂ ਵੈਬਸਾਈਟਾਂ ਜਿਵੇਂ ਕਿ ਗੂਗਲ ਅਤੇ ਫੇਸਬੁੱਕ IP ਐਡਰੈਸ ਨਾਲ ਸੰਬੰਧਿਤ ਗਤੀਵਿਧੀ ਨੂੰ ਟਰੈਕ ਕਰਦੀਆਂ ਰਹਿੰਦੀਆਂ ਹਨ। ਉਹਨਾਂ ਕੋਲ ਇੰਟਰਨੈਟ ਪ੍ਰਦਾਤਾ ਦੇ ਤਰੀਕੇ ਨਾਲ IP ਪਤੇ ਦੇ ਵਰਤੋਂ ਕਰਨ ਵਾਲੇ ਵਿਅਕਤੀ ਦੀ ਪਛਾਣ ਤੱਕ ਪਹੁੰਚ ਨਹੀਂ ਹੈ, ਪਰ ਵਿਅਕਤੀ ਦੀ ਸਿਧਾਂਤਕ ਤੌਰ ਉੱਤੇ ਉਸ ਆਨਲਾਈਨ ਗਤੀਵਿਧੀ ਦੁਆਰਾ ਪਛਾਣ ਕੀਤੀ ਜਾ ਸਕਦੀ ਹੈ। ਉਦਾਹਰਣ ਲਈ ਕਿਸੇ ਵਿਅਕਤੀ ਦੇ ਨਾਮ ਦੇ ਵਰਤੋਂ ਕਰਦੇ ਈਮੇਲ ਪਤੇ ਵਿੱਚ ਲੌਗਇਨ ਕਰਨ ਦੇ ਮਾਮਲੇ ਵਿੱਚ ਅਤੇ ਇੱਕ ਨੇੜਲੇ ਸਟੋਰ ਲਈ ਦਿਸ਼ਾਵਾਂ ਦੀ ਤਲਾਸ਼ ਕਰਦੇ ਹੋਏ ਰਿਪੋਰਟ ਵਿੱਚ ਇਹੀ ਕਿਹਾ ਗਿਆ ਸੀ। ਰਿਪੋਰਟ ਵਿੱਚ ਨੋਟ ਕੀਤਾ ਗਿਆ ਕਿ ਅਜਿਹੀ ਪਛਾਣ ਤਾਂ ਹੀ ਸੰਭਵ ਹੋਵੇਗੀ ਜੇਕਰ ਕਿਸੇ ਖਾਸ ਇੰਟਰਨੈਟ ਉਪਭੋਗਤਾ ਦੀ ਪਛਾਣ ਸਿੱਖਣ ਦੀ ਕੋਸ਼ਿਸ਼ ਕਰਨ ਵਾਲਾ ਵਿਅਕਤੀ ਤੀਜੀ ਧਿਰ ਦੀ ਕੰਪਨੀ ਜਾਂ ਕੰਪਨੀਆਂ ਦੁਆਰਾ ਲੌਗ ਕੀਤੇ ਜਾਣਕਾਰੀ ਤੱਕ ਪਹੁੰਚ ਕਰਨ ਦੇ ਯੋਗ ਹੋਵੇਗਾ। 2024 ਦੇ ਸੁਪਰੀਮ ਕੋਰਟ ਦੇ ਫੈਸਲੇ ਤੋਂ ਪਹਿਲਾਂ, ਜਿਸ ਵਿੱਚ ਕਿਹਾ ਗਿਆ ਸੀ ਕਿ ਇੱਕ ISP ਤੋਂ ਗ੍ਰਾਹਕ ਦੀ ਪਛਾਣ ਪ੍ਰਾਪਤ ਕਰਨ ਲਈ ਪੁਲਿਸ ਨੂੰ ਅਦਾਲਤ ਦੀ ਮਨਜ਼ੂਰੀ ਲੈਣੀ ਚਾਹੀਦੀ ਹੈ। ਇੰਟਰਨੈਟ ਸੇਵਾਵਾਂ ਪ੍ਰਦਾਤਾ ਲਈ ਗ੍ਰਾਹਕਾਂ ਦੀ ਜਾਣਕਾਰੀ ਸਿਰਫ ਪੁਲਿਸ ਦੀ ਬੇਨਤੀ ਦੇ ਆਧਾਰ ਉੱਤੇ ਸੌਂਪਣਾ ਆਮ ਗੱਲ ਹੋ ਚੁੱਕੀ ਹੈ। ਕੈਨੇਡੀਅਨ ਇਮੀਗ੍ਰੇਸ਼ਨ ਅਰਜ਼ੀਆਂ ਦਾ ਰੱਦ ਹੋਣ ਦਾ ਸਿਲਸਿਲਾ ਲਗਾਤਾਰ ਜਾਰੀ ਹੈ, ਜਿਸ ਕਰਕੇ ਕਈ ਹੁਨਰਮੰਦ ਉਮੀਦਵਾਰ ਪਿੱਛੇ ਰਹਿ ਜਾਂਦੇ ਨੇ। IRCC ਵੱਲੋਂ ਇਸ ਮਾਮਲੇ ਵਿੱਚ ਬਦਲਾਅ ਕੀਤਾ ਗਿਆ। ਹੁਣ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਦੁਆਰਾ ਅਰਜ਼ੀ ਨੂੰ ਅਸਵੀਕਾਰ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ। ਇਹ ਜਾਣਨਾ ਵਿਨਾਸ਼ਕਾਰੀ ਹੋ ਸਕਦਾ ਹੈ ਕਿ ਕੈਨੇਡਾ ਲਈ ਅਸਥਾਈ ਜਾਂ ਅਸਥਾਈ ਨਿਵਾਸੀ ਅਰਜ਼ੀ ਨੂੰ ਰੱਦ ਕਰ ਦਿੱਤਾ ਗਿਆ। ਖੁਸ਼ਕਿਸਮਤੀ ਨਾਲ ਇੱਕ ਕੈਨੇਡੀਅਨ ਇਮੀਗ੍ਰੇਸ਼ਨ ਅਧਿਕਾਰੀ ਦੁਆਰਾ ਅਰਜ਼ੀ ਨੂੰ ਅਸਵੀਕਾਰ ਕਰਨ ਦੇ ਫੈਸਲੇ ਨੂੰ ਚੁਣੌਤੀ ਦਿੱਤੀ ਜਾ ਸਕਦੀ ਹੈ ਜੇਕਰ ਇਹ ਫੈਸਲਾ ਅਸਲ ਵਿੱਚ ਜਾਂ ਕਾਨੂੰਨ ਵਿੱਚ ਗਲਤ ਹੈ ਜਾਂ ਅਧਿਕਾਰੀਆਂ ਨੂੰ ਪੇਸ਼ ਕੀਤੇ ਗਏ ਤੱਥਾਂ ਅਤੇ ਫਾਈਲ ਦੀ ਗੁਣਵੱਤਾ ਦੇ ਸੰਬੰਧ ਵਿੱਚ ਇਹ ਗੈਰ ਵਾਜਬ ਸੀ। ਇਮੀਗ੍ਰੇਸ਼ਨ, ਰਿਫਿਊਜੀਜ਼ ਅਤੇ ਸਿਟੀਜ਼ਨਸ਼ਿਪ ਕੈਨੇਡਾ ਯਾਨੀ IRCC ਦੁਆਰਾ ਲਏ ਗਏ ਸਾਰੇ ਫੈਸਲੇ ਜੋ ਕਿਸੇ ਅਰਜ਼ੀ ਨੂੰ ਪ੍ਰਭਾਵਿਤ ਕਰਦੇ ਹਨ, ਫੈਡਰਲ ਕੋਰਟ ਵਿੱਚ ਪੇਸ਼ ਕੀਤੇ ਜਾ ਸਕਦੇ ਨੇ, ਜੋ ਪਹਿਲਾਂ ਇਹ ਫੈਸਲਾ ਕਰੇਗੀ ਕਿ ਕੇਸ ਸੁਣਵਾਈ ਦੇ ਯੋਗ ਹੈ ਜਾਂ ਕਿ ਇਸ ਕਾਨੂੰਨ ਦਾ ਇੱਕ ਮਹੱਤਵਪੂਰਨ ਸਵਾਲ ਖੜਾ ਕਰਦਾ ਹੈ। ਇੱਕ ਕੰਮ ਜਾਂ ਅਧਿਐਨ ਪਰਮਿਟ ਦੀ ਅਰਜ਼ੀ ਹੋ ਸਕਦੀ ਹੈ ਜੋ ਇਸ ਦੀ ਪ੍ਰਵਾਨਗੀ ਦੇ ਹੱਕ ਵਿੱਚ ਹੋਣ ਵਾਲੇ ਠੋਸ ਸਬੂਤਾਂ ਦੇ ਬਾਵਜੂਦ ਇਨਕਾਰ ਕਰ ਦਿੱਤੀ ਜਾਂਦੀ ਹੈ। ਸਥਾਈ ਨਿਵਾਸ ਲਈ ਅਰਜ਼ੀ ਦੇ ਇਨਕਾਰ ਦਾ ਵੀ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਅੱਗੇ ਮੁਕਾਬਲਾ ਕੀਤਾ ਜਾ ਸਕਦਾ ਹੈ, ਇਨਕਾਰ ਕੀਤੇ ਸਪਾਂਸਰਸ਼ਿਪ ਦੇ ਮਾਮਲੇ ਵਿੱਚ। ਸਥਾਈ ਨਿਵਾਸ ਅਰਜ਼ੀ ਦੇ ਇਨਕਾਰ ਦਾ ਵੀ ਸੰਘੀ ਅਦਾਲਤ ਦੇ ਸਾਹਮਣੇ ਮੁਕਾਬਲਾ ਕੀਤਾ ਜਾ ਸਕਦਾ ਹੈ, ਜਿਵੇਂ ਕਿ ਇੱਕ ਅਸਵੀਕਾਰ ਕੀਤੇ ਹੁਨਰਮੰਦ ਵਰਕਰ ਦੀ ਅਰਜ਼ੀ ਲਈ ਕੇਸ ਹੋਵੇਗਾ। ਜੇਕਰ ਕਿਸੇ ਖਾਸ ਸਥਿਤੀ ਵਿੱਚ ਲੋੜੀਂਦਾ ਹੈ ਤਾਂ ਕੋਈ ਮੁੜ ਵਿਚਾਰ ਪੱਤਰ ਵਿੱਚ ਮਦਦ ਲਈ ਕੈਨੇਡੀਅਨ ਇਮੀਗ੍ਰੇਸ਼ਨ ਵਕੀਲ ਨੂੰ ਨਿਯੁਕਤ ਕਰ ਸਕਦਾ ਹੈ। ਜੇਕਰ ਇਨਕਾਰ ਅਸਲ ਵਿੱਚ ਜਾਂ ਕਾਨੂੰਨ ਵਿੱਚ ਇੱਕ ਗਲਤੀ ਉੱਤੇ ਆਧਾਰਿਤ ਸੀ ਅਤੇ ਪ੍ਰਕਿਰਿਆਤਮਕ ਨਿਰਪੱਖਤਾ ਦੇ ਸਿਧਾਂਤਾਂ ਦੇ ਅਨੁਸਾਰ ਨਹੀਂ ਸੀ, ਤਾਂ ਇੱਕ ਵਕੀਲ ਕੈਨੇਡੀਅਨ ਵੀਜ਼ਾ ਦਫ਼ਤਰ ਦੇ ਪ੍ਰੋਗਰਾਮ ਮੈਨੇਜਰ ਨੂੰ ਗਲਤੀਆਂ ਨੂੰ ਦਰਸਾਉਣ ਲਈ ਅਤੇ ਮੁੜ ਵਿਚਾਰ ਕਰਨ ਦੀ ਬੇਨਤੀ ਕਰਨ ਲਈ ਇੱਕ ਪੱਤਰ ਲਿਖ ਸਕਦਾ ਹੈ। ਤੇ ਉਦੋਂ ਬਾਅਦ ਜੇਕਰ ਕੋਈ ਜਵਾਬ ਨਹੀਂ ਮਿਲਦਾ ਜਾਂ ਕੋਈ ਨਕਾਰਾਤਮਕ ਜਵਾਬ ਪ੍ਰਾਪਤ ਨਹੀਂ ਹੁੰਦਾ ਤਾਂ ਇੱਕ ਵਕੀਲ ਢੁਕਵੀਂ ਕਾਨੂੰਨੀ ਕਾਰਵਾਈ ਕਰਨ ਵਿੱਚ ਮਦਦ ਕਰ ਸਕਦਾ ਹੈ ਜੇਕਰ ਕੇਸ ਦੀ ਪੈਰਵੀ ਕਰਨ ਯੋਗ ਜਾਪਦਾ ਹੈ। ਸੰਘੀ ਪੱਧਰ ਉੱਤੇ IRCC ਦੁਆਰਾ ਰੱਦ ਕੀਤੇ ਗਏ ਬੈਂਕਾਰਾਂ ਲਈ ਸਹਾਰਾ ਆਮ ਤੌਰ ਉੱਤੇ ਇਮੀਗ੍ਰੇਸ਼ਨ ਅਪੀਲ ਡਿਵੀਜ਼ਨ ਜਾਂ ਫੈਡਰਲ ਕੋਰਟ ਦੇ ਸਾਹਮਣੇ ਪੇਸ਼ ਕੀਤਾ ਜਾਂਦਾ ਹੈ। ਉੱਥੇ ਕੈਨੇਡਾ ਵਿੱਚ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਓਵਰਡੋਜ਼ ਨਾਲ ਮੌਤਾਂ ਦਾ ਸਿਲਸਿਲਾ ਲਗਾਤਾਰ ਜਾਰੀ ਹੈ।
ਜਿਸ ਕਰਕੇ ਸਰੀ ਦੇ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਚਿੰਤਾ ਜ਼ਾਹਿਰ ਕੀਤੀ ਜਾ ਰਹੀ ਹੈ। ਤੁਹਾਨੂੰ ਦੱਸ ਦਈਏ, ਇਹਨਾਂ ਵੱਲੋਂ ਐਲਾਨ ਕੀਤਾ ਗਿਆ ਸੀ ਕਿ ਉਹ ਹਰੇਕ ਮ੍ਰਿਤਕ ਦੇਹ ਦੀ ਜ਼ਿੰਮੇਵਾਰੀ ਲੈਣਗੇ ਜਿਨ੍ਹਾਂ ਦਾ ਕੈਨੇਡਾ ਵਿੱਚ ਕੋਈ ਪਰਿਵਾਰਕ ਮੈਂਬਰ ਨਹੀਂ ਹੈ, ਜਿਸ ਤੋਂ ਬਾਅਦ ਉਹਨਾਂ ਨੂੰ ਇਹ ਪਤਾ ਲੱਗਿਆ ਹੈ ਕਿ ਓਵਰਡੋਜ਼ ਕਾਰਨ ਕਈ ਕੇਸਿਸ ਸਾਹਮਣੇ ਆ ਰਹੇ ਨੇ। ਸਰੀ BC ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਓਵਰਡੋਜ਼ ਨਾਲ ਮੌਤਾਂ ਵਿੱਚ ਵਾਧੇ ਤੋਂ ਬਾਅਦ ਚਿੰਤਾ ਜ਼ਾਹਿਰ ਕਰ ਰਹੇ ਨੇ। ਗੁਰਦੁਆਰਾ ਦੇ ਪ੍ਰਧਾਨ ਸਾਊਥ ਏਸ਼ੀਅਨ ਨੌਜਵਾਨਾਂ ਵਿੱਚ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਹਾਲ ਹੀ ਵਿੱਚ ਹੋਏ ਵਾਧੇ ਤੋਂ ਬਾਅਦ ਉਹਨਾਂ ਦਾ ਇਹ ਕਹਿਣਾ ਹੈ। ਹਾਲ ਹੀ ਦੇ 2 ਹਫ਼ਤਿਆਂ ਦੇ ਅਰਸੇ ਵਿੱਚ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਦੇ ਨਰਿੰਦਰ ਸਿੰਘ ਵਾਲੀਆ ਨੇ ਕਿਹਾ ਹੈ ਕਿ ਉਹਨਾਂ ਨੂੰ ਕਮਿਊਨਿਟੀ ਵਿੱਚ ਓਵਰਡੋਜ਼ ਨਾਲ ਹੋਈਆਂ 4 ਮੌਤਾਂ ਬਾਰੇ ਪਤਾ ਲੱਗਿਆ। ਸਾਰੇ ਮੌਜੂਦਾ ਜਾਂ ਸਾਬਕਾ ਅੰਤਰਰਾਸ਼ਟਰੀ ਵਿਦਿਆਰਥੀ ਸਨ। ਉਹਨਾਂ ਨੇ ਕਿਹਾ ਹੈ ਕਿ ਪਿਛਲੇ 2 ਸਾਲਾਂ ਵਿੱਚ ਗੁਰਦੁਆਰੇ ਨੇ ਓਵਰਡੋਜ਼ ਨਾਲ ਮਰਨ ਵਾਲੇ 16 ਵਿਅਕਤੀਆਂ ਦੇ ਪਰਿਵਾਰਾਂ ਦੀ ਮਦਦ ਕੀਤੀ ਹੈ। ਸਾਰੇ 30 ਸਾਲ ਤੋਂ ਘੱਟ ਉਮਰ ਦੇ ਸਨ ਅਤੇ ਅੰਤਰਰਾਸ਼ਟਰੀ ਵਿਦਿਆਰਥੀ ਜਾਂ ਵਰਕ ਪਰਮਿਟ ਉੱਤੇ ਕੈਨੇਡਾ ਵਿੱਚ ਸਨ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜਦੋਂ ਮ੍ਰਿਤਕਾਂ ਦੇ ਪਰਿਵਾਰ ਸੰਸਕਾਰ ਜਾਂ ਫਿਰ ਮ੍ਰਿਤਕ ਦੇਹ ਨੂੰ ਭਾਰਤ ਵਾਪਸ ਲਿਜਾਣ ਲਈ ਮਦਦ ਮੰਗਦੇ ਨੇ ਤੇ ਗੁਰਦੁਆਰਾ ਉਸ ਸਮੇਂ ਸ਼ਾਮਿਲ ਹੋ ਜਾਂਦਾ ਹੈ ਤੇ ਗੁਰਦੁਆਰੇ ਨਾਲ ਸੰਪਰਕ ਕੀਤਾ ਜਾਂਦਾ ਹੈ। ਜਦੋਂ ਅਜਿਹਾ ਕੁਝ ਵਾਪਰਦਾ ਹੈ ਤੇ ਉਸ ਸਮੇਂ ਗੁਰਦੁਆਰਾ ਮਦਦ ਲਈ ਸਾਹਮਣੇ ਆਉਂਦਾ ਹੈ। ਉਹ ਮਾਰੇ ਗਏ 4 ਵਿਅਕਤੀ ਦੇ ਦੋਸਤਾਂ ਅਤੇ ਉਹਨਾਂ ਦੇ ਪਰਿਵਾਰਾਂ ਨੇ ਗੁਰਦੁਆਰੇ ਵਾਲਿਆਂ ਨੂੰ ਸੰਪਰਕ ਕੀਤਾ ਕਿਉਂਕਿ ਇਹਨਾਂ ਨੇ ਐਲਾਨ ਕੀਤਾ ਸੀ ਕਿ ਉਹ ਉਹਨਾਂ ਮ੍ਰਿਤਕ ਦੇਹਾਂ ਦੀ ਦੇਖਭਾਲ ਕਰਨਗੇ ਜਿਨ੍ਹਾਂ ਦਾ ਇੱਥੇ ਕੋਈ ਰਿਸ਼ਤੇਦਾਰ ਜਾਂ ਪਰਿਵਾਰ ਨਹੀਂ ਹੈ। ਉਹਨਾਂ ਦਾ ਇਹ ਵੀ ਕਹਿਣਾ ਹੈ ਕਿ ਜ਼ਿਆਦਾਤਰ ਮੌਤਾਂ ਨੂੰ ਪਹਿਲਾਂ ਹਾਰਟ ਅਟੈਕ ਵਜੋਂ ਪਛਾਣਿਆ ਗਿਆ, ਪਰ ਕਿਉਂਕਿ ਪਰਿਵਾਰ ਮ੍ਰਿਤਕ ਨਾਲ ਨਜਿੱਠਣ ਲਈ ਗੁਰਦੁਆਰੇ ਨੂੰ ਕਾਨੂੰਨੀ ਅਧਿਕਾਰ ਦਿੰਦੇ ਨੇ, ਇਸ ਲਈ ਉਹਨਾਂ ਨੂੰ ਕਈ ਰਿਪੋਰਟਾਂ ਮਿਲਦੀਆਂ ਹਨ ਜੋ ਮੌਤ ਦੇ ਅਧਿਕਾਰਤ ਕਾਰਨ ਦਾ ਹਵਾਲਾ ਦਿੰਦੀਆਂ ਹਨ। ਫਰੇਜ਼ਰ ਹੈਲਥ ਖੇਤਰ ਵਿੱਚ ਪਾਇਆ ਗਿਆ ਇੱਕ 2019 ਦਾ ਅਧਿਐਨ ਜਿਸ ਵਿੱਚ ਵੈਂਕੂਵਰ ਤੋਂ ਲਗਭਗ 35 ਕਿਲੋਮੀਟਰ ਦੱਖਣ ਪੂਰਬ ਵਿੱਚ ਸਰੀ ਸ਼ਾਮਿਲ ਹੈ ਜੋ ਜ਼ਹਿਰੀਲੀਆਂ ਦਵਾਈਆਂ ਨਾਲ ਮਰ ਰਹੇ ਹਨ। ਉਹਨਾਂ ਵਿੱਚੋਂ ਗੈਰ ਅਨੁਪਾਤਕ ਤੌਰ ਉੱਤੇ ਨੌਜਵਾਨ, ਪੁਰਸ਼ ਅਤੇ ਦੱਖਣੀ ਏਸ਼ੀਆਈ ਸਨ। ਲੇਖਕਾਂ ਨੇ ਇਹ ਪਹਿਚਾਣ ਕਰਨ ਲਈ ਨਾਮ ਆਧਾਰਿਤ ਐਲਗੋਰਿਦਮ ਵੀ ਵਰਤੋਂ ਕੀਤੀ। ਦੱਖਣੀ ਏਸ਼ੀਆਈ ਕੌਣ ਸੀ? BC ਕੋਨੋਰਿਸ ਸਰਵਿਸ ਓਵਰਡੋਜ਼ ਨਾਲ ਹੋਣ ਵਾਲੀਆਂ ਮੌਤਾਂ ਵਿੱਚ ਜਾਤੀ ਦਾ ਪਤਾ ਨਹੀਂ ਲਗਾਉਂਦੀਆਂ, ਪਰ ਖਾਲਸਾ ਏਡ ਕੈਨੇਡਾ ਲਈ ਮੈਟਰੋ ਵੈਂਕੂਵਰ ਦੀ ਡਾਇਰੈਕਟਰ ਬਲਜੀਤ ਕੌਰ ਲਾਲੀ ਦਾ ਮੰਨਣਾ ਹੈ ਕਿ ਬਿਹਤਰ ਡਾਟਾ ਨਾ ਸਿਰਫ ਮਦਦਗਾਰ ਹੋਵੇਗਾ ਬਲਕਿ ਦੱਖਣ ਏਸ਼ੀਆਈ ਭਾਈਚਾਰੇ ਵਿੱਚ ਇੱਕ ਬੁਰਾ ਲੋੜੀਂਦਾ ਜਾਗਣ ਵਾਲਾ ਕਾਲ ਵੀ ਪੈਦਾ ਕਰ ਸਕਦਾ ਹੈ ਜਿੱਥੇ ਨਸ਼ਿਆਂ ਦੀ ਵਰਤੋਂ ਬਾਰੇ ਬਹੁਤ ਜ਼ਿਆਦਾ ਕਲੰਕ ਹੈ। ਲਾਲੀ ਦਾ ਕਹਿਣਾ ਹੈ ਕਿ ਦੱਖਣੀ ਏਸ਼ੀਆਈ ਸੰਸਕ੍ਰਿਤੀ ਵਿੱਚ ਮਰਦਾਂ ਨੂੰ ਇੱਕ ਚੌਂਕੀ ਉੱਤੇ ਬਿਠਾਇਆ ਜਾਂਦਾ ਹੈ ਅਤੇ ਜਦੋਂ ਉਹ ਜਵਾਨ ਹੁੰਦੇ ਹਨ ਤਾਂ ਵਿਸ਼ੇਸ਼ ਇਲਾਜ ਕੀਤਾ ਜਾਂਦਾ ਹੈ। ਹਾਲਾਂਕਿ ਜਿਵੇਂ ਕਿ ਉਹ 18 ਸਾਲ ਦੇ ਹੋ ਜਾਂਦੇ ਹਨ, ਉਹਨਾਂ ਨੂੰ ਆਪਣੇ ਪਰਿਵਾਰ ਦਾ ਪਾਲਣ ਪੋਸ਼ਣ ਕਰਨ ਲਈ ਬਹੁਤ ਦਬਾਅ ਦਾ ਸਾਹਮਣਾ ਕਰਨਾ ਪੈਂਦਾ ਹੈ। ਸਮੱਸਿਆ ਉੱਤੇ ਰੋਸ਼ਨੀ ਪਾਉਣ ਦੀ ਕੋਸ਼ਿਸ਼ ਵਿੱਚ ਵਾਲੀਆ ਸਾਹਿਬ ਦਾ ਕਹਿਣਾ ਹੈ ਕਿ ਓਵਰਡੋਜ਼ ਸੰਕਟ ਬਾਰੇ ਇੱਕ ਸੂਚਨਾ ਬੁਲੇਟਿਨ ਦੁਬਾਰਾ ਪੇਸ਼ ਕਰ ਰਿਹਾ ਹੈ ਜੋ ਗੁਰਦੁਆਰੇ ਦੇ ਅੰਤਰਰਾਸ਼ਟਰੀ ਵਿਦਿਆਰਥੀ ਸਹਾਇਤਾ ਪ੍ਰੋਗਰਾਮ ਅਤੇ ਫੂਡ ਬੈਂਕ ਦੀ ਵਰਤੋਂ ਕਰਨ ਵਾਲੇ ਲੋਕਾਂ ਨੂੰ ਵੰਡਿਆ ਜਾਵੇਗਾ। ਉਹ ਸਮੱਸਿਆ ਦੀ ਤੀਬਰਤਾ ਨੂੰ ਪੂਰੀ ਤਰ੍ਹਾਂ ਦਰਸਾਉਣ ਲਈ ਦੱਖਣੀ ਏਸ਼ੀਆਈ ਆਬਾਦੀ ਲਈ ਖਾਸ ਬਿਹਤਰ ਓਵਰਡੋਜ਼ ਡੇਟਾ ਦੇਖਣਾ ਚਾਹੁੰਦੇ ਨੇ। ਵਾਲੀਆ ਦੇ ਅਨੁਸਾਰ ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਨੇ ਮ੍ਰਿਤਕਾਂ ਦੇ ਪਰਿਵਾਰਾਂ ਦੀ ਮਦਦ ਲਈ ਲਗਭਗ $2 ਲੱਖ ਖਰਚ ਕੀਤੇ ਨੇ। ਉਧਰ ਕੈਨੇਡਾ ਵਿੱਚ ਹੁਣ ਪਾਇਲਟਸ ਦੀ ਕਮੀ ਹੋ ਰਹੀ ਹੈ। ਜੀ ਹਾਂ, ਜਿਸ ਕਰਕੇ ਕਈ 에ਅਰਲਾਈਨਸ ਨੂੰ ਹੁਣ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਹਾ ਜਾ ਰਿਹਾ ਹੈ ਕਿ ਇਹਦੇ ਪਿੱਛੇ ਕਈ ਕਾਰਨ ਨੇ, ਜਿਵੇਂ ਕਿ ਕੋਵਿਡ ਦਾ ਸਮਾਂ, ਪਾਇਲਟਸ ਦੀ ਰਿਟਾਇਰਮੈਂਟ, ਇੱਥੇ ਤੱਕ ਕਿ ਪਾਇਲਟ ਦੀ ਸਿਖਲਾਈ ਲਈ ਵੱਧ ਰਹੇ ਖਰਚੇ। ਕੁਝ ਮਾਹਿਰਾਂ ਦਾ ਕਹਿਣਾ ਹੈ ਕਿ ਵਪਾਰਕ ਪਾਇਲਟ ਬਣਨ ਲਈ ਹੁਣ $1 ਲੱਖ ਤੋਂ ਵੱਧ ਦਾ ਖਰਚਾ ਆ ਸਕਦਾ ਹੈ, ਜੋ ਕੁਝ ਨੌਜਵਾਨਾਂ ਨੂੰ ਇਸ ਪੇਸ਼ੇ ਵਿੱਚ ਦਾਖਲ ਹੋਣ ਤੋਂ ਨਿਰਾਸ਼ ਕਰ ਰਿਹਾ ਹੈ। ਕੈਨੇਡਾ ਦੀ ਪਾਇਲਟ ਦੀ ਘਾਟ ਛੂਟ ਵਾਲੀਆਂ 에ਅਰਲਾਈਨਾਂ ਹਵਾਬਾਜ਼ੀ ਦੇ ਵਾਧੇ ਨਾਲ ਹੋਰ ਵੀ ਬਦਤਰ ਹੋ ਗਈ ਹੈ।
ਸਸਤੇ ਕਿਰਾਏ ਅਤੇ ਕੋਈ ਬੇਲੋੜੀ ਝਿਜਕ ਦੇ ਆਪਣੇ ਵਾਅਦੇ ਦੇ ਨਾਲ ਅਖੌਤੀ ਛੂਟ ਵਾਲੀਆਂ 에ਅਰਲਾਈਨਾਂ ਦੀ ਇੱਕ ਭੜਕਾਹਟ ਪਿਛਲੇ ਕਈ ਸਾਲਾਂ ਵਿੱਚ ਕੈਨੇਡੀਅਨ ਦ੍ਰਿਸ਼ ਉੱਤੇ ਫੈਲ ਰਹੀ ਹੈ। ਪਰ ਮਾਹਿਰਾਂ ਦਾ ਕਹਿਣਾ ਹੈ ਕਿ ਘੱਟ ਕੀਮਤ ਵਾਲਾ 에ਅਰਲਾਈਨ ਮਾਡਲ ਪਹਿਲਾਂ ਤੋਂ ਮੌਜੂਦ ਪਾਇਲਟ ਦੀ ਘਾਟ ਨੂੰ ਵਧਾ ਰਿਹਾ ਹੈ, ਜੋ ਆਉਣ ਵਾਲੇ ਸਾਲਾਂ ਵਿੱਚ ਇਸ ਦੇਸ਼ ਦੇ ਹਵਾਬਾਜ਼ੀ ਉਦਯੋਗ ਲਈ ਇੱਕ ਹੋਰ ਵੱਡੀ ਸਮੱਸਿਆ ਖੜੀ ਕਰ ਸਕਦਾ ਹੈ। ਸਟਾਰਟਅਪ ਛੂਟ ਵਾਲੀਆਂ 에ਅਰਲਾਈਨਾਂ ਜਿਵੇਂ ਕਿ ਐਡਮੰਟਨ ਆਧਾਰਿਤ ਫਲੇਅਰ 에ਅਰਲਾਈਨਸ, ਕੈਲਗਰੀ ਆਧਾਰਿਤ ਲਿੰਕਸ 에ਅਰਲਾਈਨ ਅਤੇ ਵੈਸਟ ਜੈਟ ਦੀ ਸਹਾਇਕ ਕੰਪਨੀ ਸਵੂਪ ਕੋਵਿਡ-19 ਮਹਾਮਾਰੀ ਦੇ ਬਾਅਦ ਤੋਂ ਪੂਰੇ ਕੈਨੇਡਾ ਵਿੱਚ ਤੇਜ਼ੀ ਨਾਲ ਫੈਲ ਰਹੀ ਹੈ। ਇਹ ਜੂਆ ਖੇਡ ਰਿਹਾ ਹੈ ਕਿ ਬਜਟ ਪ੍ਰਤੀ ਸੁਚੇਤ ਯਾਤਰੀਆਂ ਦੀਆਂ ਕਾਫੀ ਮੰਗ ਹੈ। ਵਾਧੂ ਸਮਰੱਥਾ ਦਾ ਸਮਰਥਨ ਕਰਨ ਲਈ ਹਾਲਾਂਕਿ ਇੱਕ ਥੋੜਾ ਵੱਖਰਾ ਕੰਮ ਕਰਦਾ ਹੈ। ਇੱਕ ਘੱਟ ਕੀਮਤ ਵਾਲੀ 에ਅਰਲਾਈਨ ਦਾ ਮੂਲ ਆਧਾਰ ਇਹ ਹੈ ਕਿ ਯਾਤਰੀ ਘੱਟ ਬੁਨਿਆਦੀ ਕਿਰਾਏ ਦੇ ਬਦਲੇ ਸਟ੍ਰਿਪਡ ਡਾਊਨ ਸੇਵਾ ਪ੍ਰਾਪਤ ਕਰਦੇ ਨੇ। ਕੈਰੀ ਔਨ ਅਤੇ ਚੈੱਕ ਕੀਤੇ ਬੈਗੇਜ, ਸਨੈਕਸ ਅਤੇ ਪੀਣ ਵਾਲੇ ਪਦਾਰਥ ਅਤੇ ਰੱਦ ਕਰਨ ਦੀ ਸੁਰੱਖਿਆ ਵਰਗੀਆਂ ਚੀਜ਼ਾਂ ਨੂੰ ਵਾਧੂ ਮੰਨਿਆ ਜਾਂਦਾ ਹੈ ਅਤੇ ਇਹਨਾਂ ਲਈ ਵੱਖਰੇ ਤੌਰ ਉੱਤੇ ਭੁਗਤਾਨ ਕੀਤਾ ਜਾਣਾ ਚਾਹੀਦਾ ਹੈ। ਜਿਊਰੀ ਅਜੇ ਵੀ ਇਸ ਮਾਮਲੇ ਤੋਂ ਬਾਹਰ ਹੈ, ਜਿਸ ਉੱਤੇ ਜੇ ਕੋਈ ਵੀ ਇਹਨਾਂ ਅਪਸਟਾਰਟ 에ਅਰਲਾਈਨਾਂ ਵਿੱਚੋਂ ਇੱਕ ਭੀੜ ਵਾਲੇ ਖੇਤਰ ਵਿੱਚ ਬਚ ਜਾਵੇਗਾ। ਹਾਲਾਂਕਿ ਮਾਹਿਰ ਕਹਿੰਦੇ ਹਨ ਕਿ ਨਵੀਆਂ ਉਡਾਣਾਂ ਅਤੇ ਰੂਟਾਂ ਦਾ ਤੇਜ਼ੀ ਨਾਲ ਪ੍ਰਸਾਰ ਪਾਇਲਟਾਂ ਸਮੇਤ ਹਵਾਬਾਜ਼ੀ ਲੇਬਰ ਮਾਰਕੀਟ ਉੱਤੇ ਦਬਾਅ ਪੈ ਰਿਹਾ ਹੈ। ਡੋਇਰੋਨ ਐਵੀਏਸ਼ਨ ਕੰਸਲਟਿੰਗ ਦੇ ਪ੍ਰਧਾਨ ਮਾਈਕ ਨੇ ਕਿਹਾ ਕਿ ਜੇ ਉਹਨਾਂ ਕੋਲ ਨਵੀਂ 에ਅਰਲਾਈਨ ਹੈ ਜਿਹਦਾ 10 ਹਵਾਈ ਜਹਾਜ਼ਾਂ ਨਾਲ ਸ਼ੁਰੂਆਤ ਹੋਇਆ ਤਾਂ ਉਹਨਾਂ ਨੂੰ ਸਿਧਾਂਤਕ ਤੌਰ ਉੱਤੇ ਲਗਭਗ 200 ਪਾਇਲਟਾਂ ਦੀ ਲੋੜ ਹੋ ਸਕਦੀ ਹੈ ਅਤੇ ਨਵੇਂ ਪਾਇਲਟਾਂ ਨੂੰ ਸਿਖਲਾਈ ਪ੍ਰਾਪਤ ਕਰਨਾ ਰਾਤੋਂ ਰਾਤ ਨਹੀਂ ਵਾਪਰਦਾ, ਭਾਵੇਂ ਪਾਇਲਟਾਂ ਦੀ ਮੰਗ ਅਸਮਾਨੀ ਚੜ੍ਹ ਜਾਵੇ। ਕੈਨੇਡਾ ਵਿੱਚ ਪਾਇਲਟ ਦੀ ਘਾਟ ਸਾਲਾਂ ਤੋਂ ਪੈਦਾ ਹੋ ਰਹੀ ਹੈ, ਕਈ ਕਾਰਕਾਂ ਦੇ ਆਧਾਰ ਅਤੇ ਜਿਸ ਵਿੱਚ ਇੱਕ ਬੁਢਾਪਾ ਕਾਰਜਕਾਲ, ਮਹਾਮਾਰੀ ਨਾਲ ਸੰਬੰਧਿਤ ਛਾਂਟੀ ਅਤੇ ਜਲਦੀ ਰਿਟਾਇਰਮੈਂਟ ਅਤੇ ਵੱਧਦੀ ਸਿਖਲਾਈ ਦੇ ਖਰਚੇ ਵੀ ਸ਼ਾਮਿਲ ਨੇ। ਮਾਹਿਰਾਂ ਦਾ ਕਹਿਣਾ ਹੈ ਕਿ ਵਪਾਰਕ ਪਾਇਲਟ ਬਣਨ ਲਈ ਹੁਣ $1 ਲੱਖ ਤੋਂ ਵੱਧ ਦਾ ਖਰਚਾ ਆ ਸਕਦਾ ਹੈ, ਜੋ ਕਿ ਕੁਝ ਨੌਜਵਾਨਾਂ ਨੂੰ ਪੇਸ਼ੇ ਵਿੱਚ ਦਾਖਲ ਹੋਣ ਤੋਂ ਨਿਰਾਸ਼ ਕਰਦਾ ਹੈ। ਪਿਛਲੇ ਹਫ਼ਤੇ 에ਅਰਲਾਈਨ ਸਨਵਿੰਗ ਨੇ ਛੁੱਟੀਆਂ ਦੇ ਸੀਜ਼ਨ ਦੀਆਂ ਉਡਾਣਾਂ ਵਿੱਚ ਰੁਕਾਵਟਾਂ ਅਤੇ ਰੱਦ ਹੋਣ ਦੇ ਕਾਰਨ ਇੱਕ ਪਾਇਲਟ ਦੀ ਘਾਟ ਨੂੰ ਜ਼ਿੰਮੇਵਾਰ ਠਹਿਰਾਇਆ। ਫੈਡਰਲ ਟਰਾਂਸਪੋਰਟ ਕਮੇਟੀ ਨੂੰ ਦੱਸਿਆ ਕਿ ਪਾਇਲਟ ਭੂਮਿਕਾਵਾਂ ਲਈ 63 ਅਸਥਾਈ ਵਿਦੇਸ਼ੀ ਕਰਮਚਾਰੀਆਂ ਨੂੰ ਨਿਯੁਕਤ ਕਰਨ ਲਈ 에ਅਰਲਾਈਨ ਦੀ ਤਾਜ਼ਾ ਅਰਜ਼ੀ ਨੂੰ ਰੱਦ ਕਰਨ ਦਾ ਸਰਕਾਰ ਦਾ ਫੈਸਲਾ ਹੈ। ਸੇਵਾ ਪ੍ਰਦਾਨ ਕਰਨ ਦੀ ਸਮਰੱਥਾ ਨੂੰ ਪ੍ਰਭਾਵਿਤ ਕੀਤਾ। ਕੈਨੇਡੀਅਨ ਪ੍ਰੈਸ ਦੁਆਰਾ ਸੰਪਰਕ ਕੀਤੀ ਗਈ 에ਅਰਲਾਈਨਸ ਵਿੱਚੋਂ ਕੋਈ ਵੀ ਪਾਇਲਟ ਲੇਬਰ ਮਾਰਕੀਟ ਦੀ ਮੌਜੂਦਾ ਸਥਿਤੀ ਬਾਰੇ ਬੋਲਣ ਲਈ ਤਿਆਰ ਨਹੀਂ ਸੀ ਅਤੇ ਨਾ ਹੀ ਨੈਸ਼ਨਲ 에ਅਰਲਾਈਨਸ ਕਾਉਂਸਲ ਆਫ ਕੈਨੇਡਾ ਉਦਯੋਗ ਸਮੂਹ ਸੀ। ਪਰ ਕੈਨੇਡੀਅਨ ਕਾਉਂਸਲ ਫਾਰ ਐਵੀਏਸ਼ਨ ਐਂਡ ਐਰੋਸਪੇਸ ਦੁਆਰਾ 2018 ਦੀ ਇੱਕ ਰਿਪੋਰਟ ਵਿੱਚ ਕਿਹਾ ਗਿਆ ਕਿ ਉਸ ਸਮੇਂ ਇਸ ਦੇਸ਼ ਵਿੱਚ 1/3 ਫਲਾਈਟ ਆਪਰੇਟਰਾਂ ਨੇ ਪਾਇਲਟਾਂ ਨੂੰ ਉਹਨਾਂ ਦੇ ਹੁਨਰ ਦੀ ਸਭ ਤੋਂ ਵੱਡੀ ਘਾਟ ਦੱਸਿਆ ਸੀ। ਰਿਪੋਰਟ ਵਿੱਚ ਇਹ ਵੀ ਕਿਹਾ ਗਿਆ ਕਿ ਤਜਰਬੇਕਾਰ ਪਾਇਲਟਾਂ ਦੀ ਜ਼ਰੂਰਤ ਉਪਲਬਧ ਰਾਸ਼ਟਰੀ ਸਪਲਾਈ ਤੋਂ ਵਧਣ ਲੱਗੀ ਹੈ ਅਤੇ ਅਨੁਮਾਨ ਲਗਾਇਆ ਗਿਆ ਕਿ ਉਦਯੋਗ ਨੂੰ 2025 ਤੱਕ 7300 ਵਾਧੂ ਪਾਇਲਟਾਂ ਦੀ ਲੋੜ ਹੋਵੇਗੀ। ਉਹਨਾਂ ਨੇ ਅੱਗੇ ਕਿਹਾ ਕਿ ਕੁਝ ਛੋਟੀਆਂ 에ਅਰਲਾਈਨਾਂ ਪਹਿਲਾਂ ਹੀ ਆਪਣੇ ਕਿਰਾਏ ਦੇ ਮਾਪਦੰਡਾਂ ਨੂੰ ਘਟਾ ਰਹੀਆਂ ਨੇ। ਲੇਬਰ ਮਾਰਕੀਟ ਵਿੱਚ ਪ੍ਰਤੀਯੋਗੀ ਬਣਨ ਲਈ ਉਹਨਾਂ ਨੂੰ ਆਮ ਤੌਰ ਉੱਤੇ ਇੱਕ ਪਾਇਲਟ ਦੀ ਲੋੜ ਤੇ ਹੁੰਦੀ ਹੀ ਹੈ, ਜਾਂ ਉਹਨਾਂ ਬੈਂਕਾਰਾਂ ਨੂੰ ਵਿਚਾਰਦੇ ਹੋਏ ਜਿਨ੍ਹਾਂ ਕੋਲ ਯੂਨੀਵਰਸਿਟੀ ਦੀਆਂ ਡਿਗਰੀਆਂ ਨਹੀਂ ਹਨ ਤੇ ਉਹਨਾਂ ਦੀ ਗਿਣਤੀ ਵੀ ਘਟਦੀ ਜਾ ਰਹੀ ਹੈ। ਜਦੋਂ ਕਿ ਪਾਇਲਟਾਂ ਨੂੰ ਹਮੇਸ਼ਾ ਟਰਾਂਸਪੋਰਟ ਕੈਨੇਡਾ ਦੁਆਰਾ ਨਿਰਧਾਰਿਤ ਘੱਟੋ-ਘੱਟ ਸਿਖਲਾਈ ਲੋੜਾਂ ਨੂੰ ਪੂਰਾ ਕਰਨਾ ਹੋਵੇਗਾ। ਡੋਇਰੋਨ ਨੇ ਕਿਹਾ ਕਿ ਭਵਿੱਖ ਵਿੱਚ ਵਿਗੜਦੀ ਪਾਇਲਟ ਦੀ ਘਾਟ ਦਾ ਮਤਲਬ ਕਾਕਪਿਟ ਵਿੱਚ ਘੱਟ ਤਜਰਬਾ ਹੋਣਾ। ਇਸ ਤੋਂ ਇਲਾਵਾ ਉਹਨਾਂ ਨੇ ਕਿਹਾ ਕਿ ਇਹ ਉਡਾਣ ਵਿੱਚ ਰੁਕਾਵਟਾਂ ਅਤੇ ਰੱਦ ਕਰਨ ਵਾਲੇ ਯਾਤਰੀਆਂ ਦੀ ਗਿਣਤੀ ਵਿੱਚ ਲੰਮੇ ਸਮੇਂ ਲਈ ਵਾਧਾ ਕਰ ਸਕਦਾ ਹੈ, ਕਿਉਂਕਿ 에ਅਰਲਾਈਨਾਂ ਸਮਾਂ ਸਾਰਣੀ ਅਤੇ ਲੇਬਰ ਨਾਲ ਸੰਘਰਸ਼ ਕਰ ਰਹੀ ਹੈ। ਉੱਥੇ ਹੀ BC ਦੇ 80% ਗਲੇਸ਼ੀਅਰਸ ਦੇ ਅਲੋਪ ਹੋਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ, ਜਿਸ ਨੂੰ ਲੈ ਕੇ ਵਿਗਿਆਨੀਆਂ ਵੱਲੋਂ ਹੁਣ ਚਿੰਤਾ ਵੀ ਜ਼ਾਹਿਰ ਕੀਤੀ ਜਾ ਰਹੀ ਹੈ।
ਮੰਨਿਆ ਜਾਂਦਾ ਹੈ ਕਿ ਗਲੇਸ਼ੀਅਰ BC ਦੇ ਲਗਭਗ 2% ਏਰੀਆ ਨੂੰ ਕਵਰ ਕਰਦਾ ਹੈ ਅਤੇ ਟੂਰਿਜ਼ਮ BC ਦੀ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਹੈ ਜੋ ਇਸ ਸਮੱਸਿਆ ਨਾਲ ਪ੍ਰਭਾਵਿਤ ਹੋ ਸਕਦਾ ਹੈ। BC ਦੇ 80% ਗਲੇਸ਼ੀਅਰਸ ਦੇ ਪੂਰੀ ਤਰ੍ਹਾਂ ਅਲੋਪ ਹੋ ਜਾਣ ਦੀ ਭਵਿੱਖਬਾਣੀ ਕੀਤੀ ਜਾ ਰਹੀ ਹੈ ਅਤੇ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਲਈ ਘੱਟ ਸੁੰਦਰ ਦ੍ਰਿਸ਼ਾਂ ਤੋਂ ਵੀ ਵੱਧ ਅਸਰ ਦੇਖਣ ਨੂੰ ਮਿਲਣਗੇ। ਪਰ ਇੱਕ ਮਾਹਰ ਦਾ ਕਹਿਣਾ ਹੈ ਕਿ ਜਲਵਾਯੂ ਪਰਿਵਰਤਨ ਨਾਲ ਲੜਨ ਲਈ ਕੋਈ ਵੀ ਕਾਰਵਾਈ ਫਿਰ ਵੀ BC ਦੇ ਉੱਤਰੀ ਪਹਾੜਾਂ ਵਿੱਚ ਗਲੇਸ਼ੀਅਰਸ ਨੂੰ ਬਚਾਉਣ ਦੀ ਮਦਦ ਕਰ ਸਕਦੀ ਹੈ। ਬ੍ਰਾਇਨ ਮੈਨੋਨੋਸ ਪ੍ਰੋਫੈਸਰ ਆਫ ਜਿਓਗ੍ਰਾਫੀ ਐਟ ਯੂਨੀਵਰਸਿਟੀ ਆਫ ਨਾਰਦਰਨ ਬ੍ਰਿਟਿਸ਼ ਕੋਲੰਬੀਆ ਅਤੇ ਗਲੇਸ਼ੀਅਰ ਚੇਂਜ ਵਿੱਚ ਇੱਕ ਕੈਨੇਡਾ ਰਿਸਰਚਰ ਨੇ ਹਾਲ ਹੀ ਵਿੱਚ ਪ੍ਰਕਾਸ਼ਨ ਵਿਗਿਆਨ ਵਿੱਚ ਇੱਕ ਅਧਿਐਨ ਦਾ ਸਹਿ ਲੇਖ ਕੀਤਾ ਹੈ ਜਿਸ ਵਿੱਚ ਟੂਰਿਜ਼ਮ ਵਾਟਰਸ਼ੈਡ ਅਤੇ ਪਬਲਿਕ ਸੇਫਟੀ ਲਈ ਪ੍ਰਭਾਵ ਦੇ ਸੁਝਾਅ ਦਿੱਤਾ ਗਿਆ ਹੈ। ਮੈਨੂਨੋਸ ਨੇ ਕਿਹਾ ਕਿ ਟੂਰਿਜ਼ਮ ਸੂਬਾਈ ਆਰਥਿਕਤਾ ਦਾ ਇੱਕ ਵੱਡਾ ਹਿੱਸਾ ਹੈ ਅਤੇ ਬਹੁਤ ਸਾਰੇ ਵਿਦੇਸ਼ੀ ਸੈਲਾਨੀ BC ਆਉਂਦੇ ਹਨ ਬਰਫ਼ ਨਾਲ ਢਕੇ ਪਹਾੜ ਦੇਖਣ ਲਈ। ਗਲੇਸ਼ੀਅਰ BC ਦੇ ਲਗਭਗ 2% ਨੂੰ ਕਵਰ ਕਰਦਾ ਹੈ ਅਤੇ ਗਲੇਸ਼ੀਅਰਸ ਵਾਲਾ ਕੋਈ ਵੀ ਵਾਟਰਸ਼ੈਡ ਉਹਨਾਂ ਦੇ ਅਲੋਪ ਹੋਣ ਦੇ ਪ੍ਰਭਾਵਾਂ ਨੂੰ ਮਹਿਸੂਸ ਕਰੇਗਾ, ਜਦੋਂ ਕਿ ਲੋਅਰ ਮੇਨਲੈਂਡ ਅਤੇ ਵੈਨਕੂਵਰ ਆਈਲੈਂਡ ਆਪਣੇ ਪੀਣ ਵਾਲੇ ਪਾਣੀ ਲਈ ਮੌਸਮੀ ਬਾਰਿਸ਼ ਅਤੇ ਬਰਫ਼ ਪਿਘਲਣ ਤੇ ਨਿਰਭਰ ਕਰਦੇ ਹਨ। ਰੌਕੀ ਮਾਊਂਟੇਨਸ ਦੀ ਪੂਰਬੀ ਢਲਾਨ ਤੇ ਵਸਦੇ ਭਾਈਚਾਰਿਆਂ ਨੂੰ ਪੀਣ ਵਾਲੇ ਪਾਣੀ ਦੀ ਸਪਲਾਈ ਤੇ ਪ੍ਰਭਾਵ ਦਿਖਾਈ ਦੇ ਸਕਦੇ ਹਨ। ਉਸਨੇ ਕਿਹਾ ਕਿ ਗਲੇਸ਼ੀਅਰਸ ਤੋਂ ਪਾਣੀ ਦੀ ਘੱਟੋ-ਘੱਟ ਸਪਲਾਈ ਵਾਲੇ ਵਾਟਰਸ਼ੈਡ ਉਹਨਾਂ ਤੋਂ ਬਿਨਾਂ ਸਿਸਟਮ ਨਾਲੋਂ ਬਿਹਤਰ ਕੰਮ ਕਰਦੇ ਹਨ। ਪਿਛਲੇ ਸਾਲ ਸਾਡੇ ਕੋਲ ਅਸਾਧਾਰਨ ਤੌਰ ਤੇ ਨਿੱਘੇ ਖੁਸ਼ਕ ਹਾਲਾਤ ਸਨ ਅਤੇ ਉਹ ਵਾਟਰਸ਼ੈਡ ਜਿਨ੍ਹਾਂ ਵਿੱਚ ਗਲੇਸ਼ੀਅਰ ਸਨ ਉਹਨਾਂ ਨੂੰ ਵੀ ਵਹਾ ਕੇ ਪੂਰਕ ਕੀਤਾ ਤੇ ਉਹ ਠੀਕ ਸਨ। ਗਲੇਸ਼ੀਅਰਸ ਦੇ ਗਾਇਬ ਹੋਣ ਨਾਲ ਬ੍ਰਿਟਿਸ਼ ਕੋਲੰਬੀਆ ਦੇ ਲੋਕਾਂ ਦੀ ਭੌਤਿਕ ਸੁਰੱਖਿਆ ਨੂੰ ਵੀ ਖਤਰਾ ਹੋ ਸਕਦਾ ਹੈ, ਜਿਸ ਨਾਲ ਜ਼ਮੀਨ ਖਿਸਕਣ, ਮੱਛੀਆਂ ਫੜਨ ਤੇ ਅਸਰ ਅਤੇ ਬਿਜਲੀ ਦੀ ਪਹੁੰਚ ਨੂੰ ਖਤਰਾ ਹੋ ਸਕਦਾ ਹੈ। ਬ੍ਰਿਜ ਰਿਵਰ ਖੇਤਰ ਲੋਅਰ ਮੇਨਲੈਂਡ ਲਈ ਹਾਈਡਰੋ ਪਾਵਰ ਸਪਲਾਈ ਕਰਨ ਵਿੱਚ ਮਦਦ ਕਰਦਾ ਹੈ, ਜਿਸ ਨਾਲ ਕੋਲੰਬੀਆ ਬੇਸਿਨ ਪਾਵਰ ਜਨਰੇਸ਼ਨ ਵੀ ਪ੍ਰਭਾਵ ਮਹਿਸੂਸ ਕਰੇਗੀ। ਜਲ ਭੂਮੀ ਅਤੇ ਸੰਸਾਧਨ ਮੰਤਰਾਲੇ ਨੇ ਇੱਕ ਬਿਆਨ ਵਿੱਚ ਕਿਹਾ ਕਿ ਸੂਬਾਈ ਵਿਗਿਆਨੀ ਲਗਾਤਾਰ ਗਲੇਸ਼ੀਅਰ ਪਿਘਲਣ ਅਤੇ ਬਰਫ਼ ਦੇ ਪੈਕ ਵਿੱਚ ਤਬਦੀਲੀਆਂ ਦੀ ਨਿਗਰਾਨੀ ਅਤੇ ਖੋਜ ਕਰਦੇ ਰਹਿੰਦੇ ਹਨ। ਪ੍ਰਾਂਤ ਵਿੱਚ ਸੁਰੱਖਿਆ ਅਤੇ ਈਕੋਸਿਸਟਮ ਦੀ ਸਿਹਤ ਵਿੱਚ ਗਲੇਸ਼ੀਅਰਾਂ ਦੀ ਭੂਮਿਕਾ ਤੇ ਮਹੱਤਵਪੂਰਨ ਮਹੱਤਵ ਨੂੰ ਮੰਨਦਾ ਹੈ। ਉੱਥੇ ਹੀ ਓਨਟਾਰੀਓ ਦੇ ਵਿੱਚ ਨਰਸਿਸ, ਪੈਰਾਮੈਡਿਕਸ ਅਤੇ ਟੈਕਨੀਸ਼ੀਅਨਸ ਲਈ ਟਿਊਸ਼ਨ ਦਾ ਭੁਗਤਾਨ ਹੋਵੇਗਾ। ਜੀ ਹਾਂ, ਪ੍ਰੀਮੀਅਰ ਡਗ ਫੋਰਡ ਦਾ ਕਹਿਣਾ ਹੈ ਕਿ ਇਹਨਾਂ ਲਈ ਟਿਊਸ਼ਨ ਨੂੰ ਮੁਫਤ ਕਰ ਦਿੱਤਾ ਜਾਵੇਗਾ ਅਤੇ ਲਾਭਦਾਇਕ ਕੈਰੀਅਰ ਬਣਾਉਣ ਲਈ ਕਈ ਮੌਕੇ ਦਿੱਤੇ ਜਾਣਗੇ। ਹੋਰ ਕੀ ਕੁਝ ਕਹਿਣਾ ਹੈ ਪ੍ਰੀਮੀਅਰ ਦਾ, ਦੇਖੋ ਇਸ ਰਿਪੋਰਟ ਵਿੱਚ। ਪ੍ਰੀਮੀਅਰ ਡਗ ਫੋਰਡ ਦੀ ਸਰਕਾਰ ਨਰਸਾਂ ਅਤੇ ਹੋਰ ਸਿਹਤ ਸੰਭਾਲ ਪੇਸ਼ਿਆਂ ਨੂੰ ਗ੍ਰੈਜੂਏਸ਼ਨ ਤੋਂ ਬਾਅਦ ਓਨਟਾਰੀਓ ਵਿੱਚ ਰਹਿਣ ਅਤੇ ਘੱਟ ਸੇਵਾ ਵਾਲੇ ਭਾਈਚਾਰਿਆਂ ਵਿੱਚ ਲੋਕਾਂ ਦੀ ਦੇਖਭਾਲ ਲਈ ਉਤਸ਼ਾਹਿਤ ਕਰਨ ਲਈ ਇੱਕ ਗ੍ਰਾਂਟ ਪ੍ਰੋਗਰਾਮ ਦਾ ਵਿਸਥਾਰ ਕਰ ਰਹੀ ਹੈ। ਲੰਡਨ, ਓਨਟਾਰੀਓ ਵਿੱਚ ਇੱਕ ਪ੍ਰੈਸ ਕਾਨਫਰੰਸ ਦੌਰਾਨ ਸ਼ੁੱਕਰਵਾਰ ਨੂੰ ਫੋਰਡ ਨੇ ਕਿਹਾ ਕਿ ਲਰਨ ਐਂਡ ਸਟੇ ਪ੍ਰੋਗਰਾਮ ਜੋ ਪਿਛਲੇ ਸਾਲ 1500 ਵਿਦਿਆਰਥੀਆਂ ਨਾਲ ਸ਼ੁਰੂ ਕੀਤਾ ਗਿਆ ਸੀ, ਇਸ ਸਾਲ 2500 ਵਿਦਿਆਰਥੀਆਂ ਨੂੰ ਅਨੁਕੂਲਿਤ ਕਰਨ ਲਈ ਫੈਲਾਇਆ ਜਾਵੇਗਾ। ਪ੍ਰੋਗਰਾਮ ਜਿਸ ਨੂੰ ਫੋਰਡ ਨੇ ਅਸਲ ਜਿੱਤ ਕਿਹਾ, ਪੈਰਾਮੈਡੀਕਲ ਅਤੇ ਮੈਡੀਕਲ ਲੈਬ ਤਕਨੀਕਾਂ ਸਮੇਤ ਹੋਰ ਸਿਹਤ ਸੰਭਾਲ ਪੇਸ਼ਿਆਂ ਲਈ ਵੀ ਖੋਲ੍ਹਿਆ ਜਾਵੇਗਾ। ਫੋਰਡ ਨੇ ਕਿਹਾ, ਅਸੀਂ ਵਿਦਿਆਰਥੀਆਂ ਨੂੰ ਵਧੀਆ ਸਿੱਖਿਆ ਅਤੇ ਲਾਭਦਾਇਕ ਕੈਰੀਅਰ ਦੇ ਮੌਕੇ ਪ੍ਰਦਾਨ ਕਰਨਾ ਚਾਹੁੰਦੇ ਹਾਂ ਅਤੇ ਅਸੀਂ ਘੱਟ ਸੇਵਾ ਵਾਲੇ ਭਾਈਚਾਰਿਆਂ ਵਿੱਚ ਸਿਹਤ ਸੰਭਾਲ ਕਰਮਚਾਰੀਆਂ ਦੀ ਗਿਣਤੀ ਵਧਾਉਣਾ ਚਾਹ ਰਹੇ ਹਾਂ ਤਾਂ ਜੋ ਕਿ ਸੂਬੇ ਦੇ ਹਰ ਕੋਨੇ ਵਿੱਚ ਓਨਟਾਰੀਓ ਵਾਸੀਆਂ ਨੂੰ ਲੋੜੀਂਦੀ ਦੇਖਭਾਲ ਦੀ ਗੁਣਵੱਤਾ ਮਿਲ ਸਕੇ। ਪ੍ਰੋਗਰਾਮ ਦੇ ਤਹਿਤ ਵਿਦਿਆਰਥੀ ਚੁਣੇ ਹੋਏ ਕਾਲਜਾਂ ਅਤੇ ਯੂਨੀਵਰਸਿਟੀਆਂ ਵਿੱਚ ਪੂਰੀ ਅਪਫਰੰਟ ਫੰਡਿੰਗ ਲਈ ਅਰਜ਼ੀ ਦੇ ਸਕਦੇ ਹਨ। ਇਸ ਵਿੱਚ ਟਿਊਸ਼ਨ, ਕਿਤਾਬਾਂ ਅਤੇ ਹੋਰ ਸਮਾਨ ਦੀ ਲਾਗਤ ਸ਼ਾਮਲ ਹੈ। ਇਹ ਪ੍ਰੋਗਰਾਮ ਲੰਡਨ ਵਿੱਚ ਇੱਕ ਪ੍ਰੈਕਟੀਕਲ ਨਰਸਿੰਗ ਪ੍ਰੋਗਰਾਮ, ਸਡਬਰੀ ਵਿੱਚ ਇੱਕ ਪੈਰਾਮੈਡਿਕ ਪ੍ਰੋਗਰਾਮ ਅਤੇ ਵਿੰਡਸਰ ਵਿੱਚ ਇੱਕ ਮੈਡੀਕਲ ਪ੍ਰਯੋਗਸ਼ਾਲਾ ਪ੍ਰੋਗਰਾਮ ਦੁਆਰਾ ਪੇਸ਼ ਕੀਤਾ ਜਾਵੇਗਾ। ਫੋਰਡ ਨੇ ਕਿਹਾ ਕਿ ਸਰਕਾਰ ਕਾਲਜਾਂ, ਯੂਨੀਵਰਸਿਟੀਆਂ ਅਤੇ ਸਿਹਤ ਸੰਭਾਲ ਪ੍ਰਦਾਤਾਵਾਂ ਨਾਲ ਮਿਲ ਕੇ ਕੰਮ ਕਰ ਰਹੀ ਹੈ ਤਾਂ ਜੋ ਦੇਖਭਾਲ ਨਾਲ ਜੁੜਨਾ ਤੇਜ਼ ਅਤੇ ਵਧੇਰੇ ਸੁਵਿਧਾਜਨਕ ਬਣਾਇਆ ਜਾ ਸਕੇ। ਤੇ ਖਬਰਾਂ ਦੇ ਸਿਲਸਿਲੇ ਦੇ ਵਿੱਚ ਅੱਜ ਦੇ ਲਈ ਇੰਨਾ ਹੀ। ਮੈਨੂੰ ਯਾਨੀ ਹਰਸਿਮਰਤ ਨੂੰ ਦਿਓ ਇਜਾਜ਼ਤ ਤੇ ਬਣੇ ਰਹੋ ਟੀਵੀ ਪੰਜਾਬ ਦੇ ਨਾਲ। ਜਾਣ ਤੋਂ ਪਹਿਲਾਂ ਆਪਾਂ ਇੱਕ ਰੁਕ ਕਰਦੇ ਹਾਂ ਅੱਜ ਦੀਆਂ ਕੁਝ ਖਾਸ ਹੈਡਲਾਈਨਸ ਤੇ। ਕੈਨੇਡੀਅਨ ਕਾਰੋਬਾਰਾਂ ਅਤੇ ਖਪਤਕਾਰਾਂ ਦਾ ਮੰਦੀ ਨੂੰ ਲੈ ਕੇ ਅਨੁਮਾਨ 70% ਫਰਮਾਂ ਦਾ ਕਹਿਣਾ ਹੈ ਕਿ ਵੱਧ ਸਕਦੀ ਹੈ ਮੰਦੀ। 2023 ਵਿੱਚ ਸਰੀ ਦੇ ਟੈਕਸ ਦਾਤਾਵਾਂ ਲਈ ਜੀਵਨ ਹੋਵੇਗਾ ਮਹਿੰਗਾ।
ਵੱਧ ਸਕਦੀਆਂ ਨੇ ਰਹਿਣ-ਖਹਿਣ ਦੀਆਂ ਉਪਯੋਗਤਾ ਦਰਾਂ। ਲੋਕਾਂ ਨੂੰ ਡੀਜ਼ਲ ਤੋਂ ਦੂਰ ਰੱਖਣ ਲਈ ਸੂਬਾਈ ਸਰਕਾਰ ਦੀ ਪਹਿਲਕਦਮੀ। ਬਦਲਾਅ ਲਾਉਣ ਲਈ ਦਿੱਤਾ ਜਾ ਰਿਹਾ ਹੈ $7 ਮਿਲੀਅਨ। ਕੈਨੇਡੀਅਨ ਇਮੀਗ੍ਰੇਸ਼ਨ ਅਰਜ਼ੀਆਂ ਦਾ ਰੱਦ ਹੋਣ ਦਾ ਸਿਲਸਿਲਾ। ਅਰਜ਼ੀ ਨੂੰ ਅਸਵੀਕਾਰ ਕਰਨ ਦੇ ਫੈਸਲੇ ਨੂੰ ਦਿੱਤੀ ਜਾ ਸਕਦੀ ਹੈ ਚੁਣੌਤੀ। ਅੰਤਰਰਾਸ਼ਟਰੀ ਵਿਦਿਆਰਥੀਆਂ ਦੀ ਓਵਰਡੋਜ਼ ਨਾਲ ਮੌਤਾਂ ਦਾ ਸਿਲਸਿਲਾ। ਗੁਰਦੁਆਰਾ ਦੁੱਖ ਨਿਵਾਰਨ ਸਾਹਿਬ ਵੱਲੋਂ ਪ੍ਰਗਟਾਈ ਗਈ ਚਿੰਤਾ। BC ਵਿੱਚ ਤੇਜ਼ ਗਤੀ ਨਾਲ ਪਿਘਲ ਰਹੇ ਨੇ ਗਲੇਸ਼ੀਅਰ। ਜਲਵਾਯੂ ਨੂੰ ਲੈ ਕੇ ਪਰੇਸ਼ਾਨ ਨੇ ਵਿਗਿਆਨੀ।